ਦੀਪ ਦਵਿੰਦਰ ਸਿੰਘ ਦੀ ਕਹਾਣੀ ਹੈ ਤ੍ਰਿਕਾਲ ਸੰਧਿਆ। ਪਿਛਲੇ ਕਈ ਦਿਨਾਂ ਤੋਂ ਘਰ 'ਚ ਪਿਆ ਕਲੇਸ਼ਖਾਨਾ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ। ਮੈਂ ਹਰ ਹੀਲਾ ਵਰਤ ਕੇ ਵੇਖ ਲਿਆ, ਪਿਆਰ ਵਾਲਾ ਵੀ ਤੇ ਗੁੱਸੇ ਵਾਲਾ ਵੀ। ਮਾਹੌਲ ਸੁਲਝਣ ਦੀ ਬਜਾਏ ਹੋਰ ਉਲਝਦਾ ਜਾਂਦਾ ਹੈ। ਹੁਣ ਤਾਂ ਘਰ ਅੰਦਰਲਾ ਰੌਲਾ ਦਰਵਾਜ਼ੇ, ਖਿੜਕੀਆਂ ਤੇ ਕੰਧਾਂ ਤੋਂ ਦੀ ਬਾਹਰ ਸੁਣਾਈ ਦੇਣ ਲੱਗ ਪਿਆ। ਆਂਢੀ ਗੁਆਂਢੀ ਕੰਨ ਲਾਲਾ ਸੁਣਦੇ ਐ ਤੇ ਵਿੱਚੋਂ ਵਿੱਚ ਚਿੜਕ ਗਿੱਲੀਆਂ ਮਾਰਦੇ ਐ। ਕਈ ਵਾਰ ਬਾਹਰ ਅੰਦਰ ਨਿਕਲਦਿਆਂ ਗਲੀ ਵਿੱਚੋਂ ਦੀ ਅੱਖਾਂ ਨੀਵੀਆਂ ਕਰਕੇ ਕੰਨ ਵਲੇਟ ਕੇ ਜਾਂਦੇ ਨੂੰ ਵੀ ਕੋਈ ਨਾ ਕੋਈ ਆਵਾਜ਼ ਮਾਰ ਬਹੇਗਾ, ਆਖੇ ਸਰਦਾਰ ਸਾਹਿਬ ਬੜਾ ਰੰਗ ਉੱਡਿਆ ਜਿਹਾ, ਕੀ ਗੱਲ ਹੁਣ ਤਾਂ ਸਗੋਂ ਖੁਸ਼ ਰਹਿਣ ਦਾ ਵੇਲਾ ਹੈ। ਤਾਂ ਮੈਨੂੰ ਕੋਈ ਜਵਾਬ ਨਹੀਂ ਔੜਦਾ ਅੱਗਿਓਂ, ਐਵੇਂ ਗੱਲ ਵਾਲੇ ਟਾਲੇ ਪਾ ਕੇ ਖਹਿੜਾ ਛਡਾਉਣਾ। ਅਗਲੇ ਤੋਂ ਤੇ ਝੂਠੇ ਜੇ ਪੈਰੀਂ ਤੁਰਦਿਆਂ ਸੋਚਦਾ ਕਿ ਹਰ ਕੋਈ ਖੁਸ਼ ਰਹਿਣ ਲਈ ਹੱਥ ਪੈਰ ਤਾਂ ਮਾਰਦਾ ਹੀ ਹੈ, ਜਿਵੇਂ ਮੈਂ ਮਾਰੀ ਜਾਂਦਾ। ਇਸੇ ਕਰਕੇ ਦੋਹਾਂ ਨਿਆਣਿਆਂ ਨੂੰ ਵੱਖੋ ਵੱਖ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੀ ਅਕਲ ਮੁਜਬ। ਪਰ ਅੱਜ ਕੱਲ੍ਹ ਦਾ ਇਹ ਅਗਲਾ ਪੋਸ਼ ਕਿੱਥੇ ਸੁਣਦਾ, ਅੱਗਿਓਂ ਵੱਢ ਖਾਣ ਨੂੰ ਪੈਂਦੇ ਹੈ। ਪਹਿਲੇ ਤੇ ਇਹ ਵੀ ਦੋਵੇਂ ਦਲੀਲ ਜਾਂ ਘੂਰੀ ਨੂੰ ਸਮਝਦੇ ਸਨ, ਹੁਣ ਤਾਂ ਟਿੱਚ ਜਾਣਨ ਲੱਗੇ ਹੈ। ਉਂਝ ਵੀ ਮੁੰਡਾ ਹੁਣ ਆਪ ਹਵਾਨੀ ਹੋਇਆ ਪਿਆ, ਮੇਰੇ ਤੋਂ ਵੀ ਜ਼ਰਾ ਮਾਸਾ ਸਿਰ ਕੱਢਦਾ ਤੇ ਕੁੜੀ ਸਿਮਰਨ ਉਹਦੇ ਤੋਂ ਵਰਾ ਡੇਢ ਵਰਾ ਹੋਰ ਵੱਡੀ। ਮੈਂ ਕਈ ਵਾਰ ਠਰਮੇ ਨਾਲ ਆਵਾਜ਼ ਮਾਰ ਕੇ ਕੋਲ ਬਿਠਾਉਣਾ, ਜਿਵੇਂ ਉਸ ਦਿਨ ਵੀ ਵਿਹੜੇ 'ਚ ਬਿਟਰੇ ਫਿਰਦੇ ਮੁੰਡੇ ਨੂੰ ਮੈਂ ਪਿਓਆਂ ਵਾਲਾ ਹੰਮਾ ਜਤਾਉਂਦਿਆਂ ਮੋਢੇ ਤੋਂ ਦੀ ਬਾਂਹ ਦੇ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਹਲੀਮੀ ਨਾਲ ਕਿਹਾ ਸੀ ਕਿ ਜਗਰੂਪ ਤੂੰ ਨਿਆਣਾ ਨਹੀਂ, ਸਭ ਕੁਝ ਸਮਝਦਾ, ਉੱਚੇ ਨੀਵੇਂ ਥਾਂ ਦੀ ਸੋਝੀ ਹੈ ਤੈਨੂੰ। ਛੋਟੇ ਜਵਾਕਾਂ ਦੀ ਤਰ੍ਹਾਂ ਬਾਰ-ਬਾਰ ਸਮਝਾਉਂਦਿਆਂ ਚੰਗੇ ਨਹੀਂ ਲੱਗੀਦਾ। ਤੂੰ ਆਪ ਦੇਖ, ਜਵਾਨ ਕੁੜੀ ਹੈ ਘਰ 'ਚ, ਭਾਵੇਂ ਅੱਜ ਨਾਂ ਧਰ ਲਈਏ ਕਿਤੇ ਮੰਗਣ ਵਿਆਹੁਣ ਦਾ। ਸਾਨੂੰ ਹੁਣ ਰਲ ਮਿਲ ਕੇ ਘਰ ਦੀਆਂ ਇਹਨਾਂ ਜ਼ਿੰਮੇਵਾਰੀਆਂ ਵੱਲ ਤਵੱਜੋ ਦੇਣੀ ਚਾਹੀਦੀ ਹੈ। ਮੇਰੀ ਪੂਰੀ ਗੱਲ ਸੁਣੇ ਬਗੈਰ ਮੋਢੇ ਛੰਡਦਾ ਉੱਠ ਖੜਾ ਹੋਇਆ ਤੇ ਅੱਗਿਓਂ ਤਲਖੀ ਨਾਲ ਬੋਲਿਆ ਸੀ, ਤੁਹਾਨੂੰ ਕਾਹਦੀ ਚਿੰਤਾ ਇਹਨਾਂ ਗੱਲਾਂ ਦੀ, ਤੁਸੀਂ ਆਪਣੇ ਬੁੱਲੇ ਲੁੱਟੋ ਜਿਵੇਂ ਲੁੱਟ ਰਹੇ ਜੀ। ਤੇ ਹੋਰ ਮੂੰਹ 'ਚ ਬੁੜਬੁੜ ਕਰਦਿਆਂ ਕਈ ਕੁਝ ਅਵੱਲਾ ਸਵੱਲਾ ਕਹਿ ਗਿਆ ਸੀ। ਭਾਵੇਂ ਮੈਨੂੰ ਬਾਕੀ ਦਾ ਸਾਰਾ ਕੁਝ ਨਾ ਵੀ ਸੁਣਾਈ ਦਿੱਤਾ ਹੋਵੇ, ਫਿਰ ਵੀ ਉਹਦੇ ਗੁਸੈਲ ਚਿਹਰੇ ਤੋਂ ਉਹਦੇ ਕਹੇ ਅਣਕਹੇ ਦੇ ਅਰਥਾਂ ਦੀ ਸੋਝੀ ਹੈ ਮੈਨੂੰ। ਮੈਂ ਕਿੰਨਾ ਚਿਰ ਝਾਕਦਾ ਰਹਿਣਾ ਉਹਦੇ ਤਣੇ ਹੋਏ ਚਿਹਰੇ ਵੱਲ ਤੇ ਫਿਰ ਮੇਰੀਆਂ ਆਪਣੀਆਂ ਹੀ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਗੱਭਰੂ ਪੁੱਤ ਦੇ ਸਾਹਮਣੇ। ਸਿਮਰਨ ਦੀ ਵੀ ਇਹਦੇ ਨਾਲ ਰਹਿ ਹੈ ਪੂਰੀ, ਮੂੰਹੋਂ ਭਾਵੇਂ ਇਹਦੇ ਵਾਂਗ ਕੁਝ ਵੀ ਨਾ ਕਹੇ, ਫਿਰ ਵੀ ਰਸੋਈ 'ਚ ਵੜੀ ਐਵੇਂ ਭਾਂਡੇ ਚੁੱਕ ਮਾਰੀ ਜਾਊ। ਕੰਮ ਧੰਦਾ ਕਰਦਿਆਂ ਮੇਰੇ ਹੁੰਦਿਆਂ ਮੱਥੇ ਤੇ 1000 ਤਿਉੜੀਆਂ ਪਾ ਕੇ ਰੱਖਦੀ ਹੈ। ਜਵਾਨ ਜਹਾਨ ਧੀ ਨੂੰ ਘੂਰੀ ਵੀ ਤਾਂ ਨਹੀਂ ਵੱਟ ਹੁੰਦੀ। ਬੀਬਾ ਲੱਲਾ ਕਰਕੇ ਵਕਤ ਟਪਾਉਣਾ ਹੈ ਕਿ ਨਿਆਣੀ ਸਿਆਣੀ ਉਮਰ ਹੈ ਇਹਨਾਂ ਦੀ ਤੇ ਹੌਲੀ ਸਮਝ ਜਾਣਗੇ ਸਾਰਾ ਕੁਝ। ਪਰ ਇਹ ਦੋਵੇਂ ਜਿਵੇਂ ਮੈਂ ਇਹਨਾਂ ਦਾ ਪਿਓ ਨਹੀਂ, ਕੋਈ ਸੱਤ ਬਗਾਨਾ ਹੁੰਦਾ। ਗੱਲ ਤੇ ਸ਼ਰੀਕਾਂ ਵਾਂਗ ਮਿਹਣੇ ਦੇਣ ਵਰਗੀਆਂ ਤੋਮਤਾਂ ਕੱਸਦੇ ਰਹਿਣਗੇ। ਕਦੇ ਕਹਿਣਗੇ ਸੱਜਣ ਫਬਨ ਦੀ ਵੀ ਉਮਰ ਤੇ ਸਲੀਕਾ ਹੁੰਦਾ ਹੈ। ਤੀਜੇ ਦਿਨ ਵਾਲ ਡਾਈ ਕਰਨ ਨਾਲ ਉਮਰ ਤਾਂ ਨਹੀਂ ਲੁਕ ਜਾਂਦੀ ਬੰਦੇ ਦੀ। ਹੋਰਨਾਂ ਵਾਂਗੀ ਵਾਲ ਉਮਰ ਨਾਲ ਚਿੱਟੇ ਹੋਏ ਆ, ਧੁੱਪ ਨਾਲ ਤਾਂ ਨਹੀਂ। ਹੋਰ ਤਾਂ ਹੋਰ ਹੁਣ ਤਾਂ ਕਿਸੇ ਇੰਸੀ ਵਾਂਗ CID ਕਰਦੇ ਰਹਿੰਦੇ ਐ ਮੇਰੇ ਪਿੱਛੇ। ਬਾਹਰੋਂ ਘਰ ਆਏ ਨੂੰ ਪਾਣੀ ਧਾਣੀ ਬਾਅਦ 'ਚ ਪੁੱਛਣਗੇ, ਪਹਿਲਾਂ ਹੋਰ ਹੀ ਟੇਢੇ ਜੇ ਸਵਾਲ ਕਰੀ ਜਾਣਗੇ ਕਿਸੇ ਮੁਜਰਮ ਦੀ ਤਫਤੀਸ਼ ਕਰਨ ਵਾਲਿਆਂ ਵਾਂਗ। ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਪੁੱਛਣਗੇ, ਅਖੇ ਡੈਡੀ ਕੰਪਨੀ ਬਾਗ ਲਾਗੇ ਕਾਲੇ ਰੰਗ ਦੀ ਚੁੰਨੀ ਵਾਲੀ ਕੌਣ ਆਂਟੀ ਸੀ, ਤੁਹਾਡੇ ਮੋਟਰਸਾਈਕਲ ਦੇ ਪਿੱਛੇ ਬੈਠੀ ਜਾ ਰਹੀ ਸੀ? ਮੇਰੇ ਫਰੈਂਡ ਨੇ ਫੋਨ ਕਰਕੇ ਦੱਸਿਆ ਸੀ ਉੱਥੋਂ। ਕੱਲ ਦੇ ਨਿਆਣੇ ਗੱਲਾਂ 'ਚ ਸਿਆਣੇ ਬਿਆਣੇ ਨੂੰ ਝੂਠਾ ਕਰੀ ਜਾਣਗੇ। ਮੈਂ ਤਾਂ ਸੁਣ ਕੇ ਹੱਕਾ ਬੱਕਾ ਹੋਇਆ, ਧੌਣ ਨੀਵੀਂ ਕਰਕੇ ਸੋਚਣ ਲੱਗਦਾ ਕਿ ਉਮਰ ਤਾਂ ਮੇਰੀ ਹੈ ਇਹਨਾਂ ਉੱਤੇ ਨਜ਼ਰ ਰੱਖਣ ਦੀ। ਉਲਟਾ ਇਹ ਮੇਰੇ ਉੱਤੇ ਨਜ਼ਰਸਾਨੀ ਕਰਦੇ ਰਹਿੰਦੇ ਐ। ਮੈਨੂੰ ਭੋਏ ਵੱਲ ਵਹਿੰਦੇ ਨੂੰ ਫਿਰ ਮੁੰਡਾ ਕਹਿਣ ਲੱਗਾ, ਡੈਡ ਪੈਰਾਂ ਵੱਲ ਕਾਹਤੋਂ ਝਾਕੀ ਜਾਂਦੇ ਜੇ, ਸਿਰ ਉੱਚਾ ਚੁੱਕ ਕੇ ਗੱਲ ਕਰੀਦੀ ਹੈ ਅਗਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ। ਹਾਂ ਤੇ ਦੂਜੀ ਗੱਲ ਸੁਣੋ ਧਿਆਨ ਨਾਲ, ਬਾਹਰ ਫਿਰਦੇ ਵੇਲੇ ਸਾਨੂੰ ਵੀ ਚਿੱਤ ਖਿਆਲ 'ਚ ਰੱਖ ਲਿਆ ਕਰੋ। ਗਲੀ ਮਹੱਲੇ ਤੇ ਆਪਣੇ ਸਕੂਲ ਕਾਲਜ 'ਚ ਅਸੀਂ ਵੀ ਸਿਰ ਉੱਚਾ ਕਰਕੇ ਆਉਣਾ ਜਾਣਾ ਹੈ ਕੱਲ ਨੂੰ। ਇਹਨਾਂ ਦੇ ਅਜਿਹੇ ਵਰਤਾਰਿਆਂ ਕਰਕੇ ਮੈਨੂੰ ਅੱਜ ਕੱਲ੍ਹ ਦੇ ਇਹਨਾਂ ਨਿਆਣਿਆਂ ਦੀ ਸਮਝ ਨਹੀਂ ਆਉਂਦੀ। ਅਸੀਂ ਵੀ ਇਹਨਾਂ ਉਮਰਾਂ 'ਚੋਂ ਗੁਜ਼ਰੇ ਹਾਂ। ਉਹਨਾਂ ਵੇਲਿਆਂ 'ਚ ਮੂੰਹ ਤੇ ਦਾੜੀ ਆਣ ਉਤਰਦੀ ਸੀ, ਪਰ ਮਾਂ-ਬਾਪ ਦੇ ਸਾਹਮਣੇ ਕਿਤੇ ਅੱਖ ਚੁੱਕ ਕੇ ਵੇਖਣ ਦੀ ਜੁਰਤ ਨਹੀਂ ਸੀ ਹੁੰਦੀ। ਤੇ ਹੁਣ ਇਹ ਦੋਵੇਂ ਪਿਓ ਦੇ ਪਿਓ ਬਣ ਕੇ ਕਨੂਹਾਂ ਕੱਢਦਿਆਂ ਕੁਛ ਨਾ ਕੁਛ ਪੁੱਛਦੇ ਰਹਿਣਗੇ ਤੇ ਪੁੱਛਣਗੇ ਵੀ ਇਹੋ ਜਿਹਾ ਜਿਹਨੂੰ ਸੁਣ ਕੇ ਹਮੇਸ਼ਾ ਮੇਰੀ ਬੁੱਲਾਂ ਤੇ ਪਲੱਤਨ ਜੰਮੀ ਰਹਿੰਦੀ ਹੈ। ਇਸੇ ਲਈ ਤਾਂ ਮੈਂ ਇਹਨਾਂ ਸਾਹਮਣੇ ਹਰ ਕਦਮ ਫੂਕ ਕੇ ਰੱਖਦਾ
ਹੁਣ ਤਾਂ ਕਈ ਵਾਰੀ ਆਪਣੇ ਹੀ ਫੋਨ ਤੇ ਆਈ ਕਿਸੇ ਕੰਪਨੀ ਦੀ ਅਣਚਾਹੀ ਕਾਲ ਜਾਣਦਿਆਂ ਬੁੱਝਦਿਆਂ ਵੀ ਡਰਦਾ ਮਾਰਿਆ ਇਹਨਾਂ ਸਾਹਮਣੇ ਕੱਟਦਾ ਨਹੀਂ, ਸਗੋਂ 2 ਪੈਰ ਇਹਨਾਂ ਵੱਲ ਨੂੰ ਪੁੱਟਦਿਆਂ ਫੋਨ ਸਪੀਕਰ ਤੇ ਲਾਉਣਾ ਉਸ ਵੇਲੇ। ਪਰ ਇੰਨੇ ਨਿਆਣੇ ਇਹ ਵੀ ਨਹੀਂ ਰਹੇ ਹੁਣ, ਸਭ ਸਮਝਦੇ ਆ ਅੱਜ ਕੱਲ ਦੇ ਹੋਰਨਾਂ ਜਵਾਕਾਂ ਵਾਂਗ। ਮੇਰੇ ਉੱਤੇ ਪੈਰਾਂ ਤੇ ਖਲੋਤਿਆਂ ਹੀ ਇਹ ਦੋਵੇਂ ਭੈਣ ਭਰਾ ਟੇਢੀ ਜੀ ਨਜ਼ਰੇ ਝਾਕਣਗੇ ਇੱਕ ਦੂਜੇ ਵੱਲ, ਤੇ ਖਚਰੀ ਜੀ ਮੁਸਕਾਨ ਇਹਨਾਂ ਦੇ ਚਿਹਰਿਆਂ ਤੇ ਖਿੰਡਰੀ ਮੈਨੂੰ ਹੋਰ ਜਿੱਚ ਕਰਦੀ ਜਾਪਦੀ ਹੈ। ਫਿਰ ਵੀ ਮੈਂ ਇਹਨਾਂ ਨੂੰ ਸਹਿਜ ਕਰਨ ਦੀ ਕੋਸ਼ਿਸ਼ 'ਚ ਰਹਿਣਾ, ਤਾਂ ਹੀ ਮੈਂ ਆਪਣੇ ਵੱਲੋਂ ਕਈ ਬਹਾਨੇ ਘੜਦਾ ਰਹਿਣਾ ਇਕੱਠਿਆਂ ਬਹਿਣ ਦੇ। ਮੈਂ ਚਾਹੁੰਦਾ ਇਹ ਦੋਵੇਂ ਖਾਣ ਪੀਣ ਵੇਲੇ ਜਾਂ ਫਿਰ ਸੌਣ ਬਹਿਣ ਲੱਗਿਆ ਮੇਰੇ ਕੋਲ ਬੈਠਣ, ਨਿੱਕੀਆਂ ਨਿੱਕੀਆਂ ਗੱਲਾਂ ਕਰੀਏ, ਹਾਸੇ ਦੀਆਂ ਵੀ ਤੇ ਮਜ਼ਾਕ ਦੀਆਂ ਵੀ, ਜਿੰਨੀਆਂ ਕੋ ਬਾਪ ਤੇ ਬੱਚਿਆਂ ਦੇ ਵਿਚਕਾਰ ਹੋ ਸਕਦੀਆਂ ਨੇ। ਜਿਹੜੀ ਬੇਮਤਲਬੀ ਦੂਰੀ ਆਪਣੇ ਤੇ ਮੇਰੇ ਵਿਚਕਾਰ ਮਿੱਥੀ ਜਾਂਦੀ ਹੈ, ਇਹ ਦੋਵੇਂ ਘੱਟ ਹੋਏ ਕਿਸੇ ਤਰ੍ਹਾਂ ਦੇ ਨਾਲ ਸਾਵਾਂ ਪੱਧਰਾ ਜਿਹਾ ਹੋਵੇ ਘਰ 'ਚ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਜਿਵੇਂ ਦਲਜੀਤ ਵੇਲੇ ਹੁੰਦਾ ਸੀ। ਉਹਦੇ ਤੁਰ ਜਾਣ ਤੋਂ ਬਾਅਦ ਹੀ ਘਰ 'ਚ ਕਿੰਨਾ ਕੁਝ ਬਦਲ ਗਿਆ। ਦਲਜੀਤ ਸਾਂਝਾ ਸੂਤਰ ਸੀ ਸਾਡੇ ਵਿਚਕਾਰ, ਜਿਹਦੇ ਜ਼ਰੀਏ ਅਸੀਂ ਇੱਕ ਦੂਜੇ ਨਾਲ ਬੱਝੇ ਸਾਂ। ਉਹ ਤੰਦ ਕੁਵੇਲੇ ਟੁੱਟ ਗਈ ਤੇ ਅਸੀਂ ਇੱਕ ਦੂਜੇ ਨਾਲ ਜੁੜੇ ਘਰ ਦੇ ਜੀਅ ਵੀ ਬਿਖਰਨ ਲੱਗ ਪਏ, ਜਿਨ੍ਹਾਂ ਨੂੰ ਗੰਢ ਮਾਰ ਕੇ ਰੱਖਣ ਦੀ ਕੋਸ਼ਿਸ਼ ਕਰਦਿਆਂ ਮੈਂ ਇਹਨਾਂ ਅੱਗੇ ਮਰਨ ਵਾਲੀ ਦਾ ਵਾਸਤਾ ਪਾਉਣਾ ਕਈ ਵਾਰੀ। ਇਸੇ ਕਰਕੇ ਮੈਂ ਭਾਵੁਕ ਹੁੰਦਿਆਂ ਉਸ ਦਿਨ ਕਿਹਾ ਸੀ, ਕਾਕਾ ਮਾਂ ਤੁਹਾਡੀ ਦਾ ਇਸ ਤਰ੍ਹਾਂ ਬੇਵਕਤੇ ਤੁਰ ਜਾਣਾ ਸਾਡੇ ਲਈ ਪਹਿਲਾਂ ਹੀ ਕੁਵੇਲੇ ਵੱਜੀ ਸੱਟ ਹੈ। ਅੱਗੋਂ ਮੈਨੂੰ ਅੱਧ ਵਿਚਾਲਿਓਂ ਟੋਕਦਿਆਂ ਮੁੰਡਾ ਕਹਿੰਦਾ, ਤੁਹਾਨੂੰ ਕਾਹਦਾ ਦੁੱਖ ਹੈ ਅਗਲੀ ਦੇ ਮਰਨ ਦਾ? ਤੁਹਾਡੇ ਤਾਂ ਸਗੋਂ ਸਾਰੇ ਦਰ ਖੁੱਲ ਗਏ ਮੌਜ ਮਸਤੀ ਕਰਨ ਦੇ। ਤੁਹਾਡੇ ਤੇ ਤਾਂ ਲੱਗਦਾ ਹੈ ਇਸ ਉਮਰੇ ਜਵਾਨੀ ਮੁੜ ਛਾਲਾ ਮਾਰਦੀ ਆਣ ਉਤਰੀ ਹੈ। ਹੱਥੀ ਜੰਮੇ ਪਲੇ ਤੇ ਮੂੰਹ ਸੁਣ ਕੇ ਮੈਂ ਕੱਚਾ ਜਿਹਾ ਹੋ ਗਿਆ ਸੀ। ਇਹਨਾਂ ਦੀਆਂ ਇਹੋ ਜਿਹੀਆਂ ਬੇਤੁਕੀਆਂ ਟਿਕਾਉਣੀਆਂ ਕਰਕੇ ਹੀ ਮੈਂ ਇਹਨਾਂ ਅੱਗੇ ਹਰ ਵਾਰੀ ਨਿਰੁੱਤਰ ਹੋ ਜਾਣਾ ਤੇ ਛਿੱਥਾ ਜਿਹਾ ਪੈ ਕੇ ਮੈਂ ਬਿਟ-ਬਿਟ ਝਾਕਦਾ ਰਹਿਣਾ ਇਹਨਾਂ ਦੇ ਚਿਹਰਿਆਂ ਵੱਲ। ਮੈਂ ਸੋਚਦਾ ਕਿ ਦਲਜੀਤ ਦਾ ਨਾਮ ਸੁਣਦਿਆਂ ਜਿਵੇਂ ਕਿ ਵਿਹਾਰ ਕਰਨ ਲੱਗ ਜਾਂਦੇ ਨੇ। ਮੈਨੂੰ ਲੱਗਦਾ ਜਿਵੇਂ ਉਹਦੇ ਇਸ ਤਰ੍ਹਾਂ ਤੁਰ ਜਾਣ ਦਾ ਮੈਂ ਦੋਸ਼ੀ ਹੋਵਾਂ ਤੇ ਕਟਹਿਰੇ 'ਚ ਖੜਾ ਆਪਣੇ ਤੇ ਲੱਗੇ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੋਵਾਂ। ਦਲਜੀਤ ਮਰੀ ਨੂੰ 2 ਵਰ੍ਹੇ ਹੋਣ ਲੱਗੇ ਨੇ ਤੇ ਇਹਨਾਂ 2 ਵਰ੍ਹਿਆਂ 'ਚ ਮੈਂ ਨਿੱਤ ਦਿਨ ਮਰਦਾ ਤੇ ਮਰ ਕੇ ਜਿਉਣਾ। ਜਦੋਂ ਇਹਨਾਂ ਬੇਤੁਕੀਆਂ ਗੱਲਾਂ ਦਾ ਕੋਈ ਵੀ ਸਿਰਾ ਹੱਥ ਨਹੀਂ ਲੱਗਦਾ, ਮੇਰੇ ਸੀਨੇ 'ਚ ਗੋਲੀ ਵਾਂਗ ਵੱਜਦੇ ਇਹਨਾਂ ਦੇ ਸਵਾਲਾਂ ਦੇ ਸਾਹਮਣੇ ਮੇਰੀਆਂ ਸਾਰੀਆਂ ਦਲੀਲਾਂ ਝੂਠੀਆਂ ਪੈਣ ਲੱਗਦੀਆਂ। ਤਾਂ ਹਾਰ ਹੰਬ ਕੇ ਮੈਂ ਪੈਰ ਘਸੀਟਦਾ ਆਪਣੇ ਕਮਰੇ ਅੰਦਰਲੀ ਕੰਧ ਨਾਲ ਟੰਗੀ ਦਲਜੀਤ ਦੀ ਫੋਟੋ ਸਾਹਮਣੇ ਜਾ ਖਲੋਂਦਾ ਹਾਂ। ਫੋਟੋ ਦੇ ਸੁਨਹਿਰੀ ਫਰੇਮ ਅੰਦਰ ਬੈਠੀ ਦਾ ਚਿਹਰਾ ਵੀ ਕਿੰਨਾ ਸਹਿਜ ਹੈ, ਕਿਸੇ ਤਪਸਵੀ ਵਾਂਗ। ਉਹਦੇ ਹੁੰਦਿਆਂ ਘਰ 'ਚ ਵੀ ਇਸੇ ਤਰ੍ਹਾਂ ਸਹਿਜਤਾ ਹੁੰਦੀ ਸੀ, ਪਰ ਇਹਦਾ ਘਰ ਦੇ ਜੀਆਂ ਨੂੰ ਇਸ ਤਰ੍ਹਾਂ ਅੱਧ ਵਿਚਾਲੇ ਛੱਡ ਤੁਰ ਜਾਣਾ ਸਹਿਜ ਨਹੀਂ ਸੀ। ਸਾਡੀਆਂ ਅੱਖਾਂ ਸਾਹਮਣੇ ਉਹ ਤਿਲ ਕਰਕੇ ਮਰੀ ਸੀ ਤੇ ਅਸੀਂ ਉਹਦੇ ਪੈਰਾਂ ਵੱਲ ਖੜੇ ਖਾਲੀ ਹੱਥ ਮਲਦੇ ਰਹਿ ਗਏ ਸਾਂ। ਉਹਦਾ ਪਲ ਮੌਤ ਵੱਲ ਨੂੰ ਤੁਰੀ ਜਾਂਦੀ ਦਾ ਰੂਪੋਂ ਕਰੂਪ ਹੋਇਆ ਚਿਹਰਾ ਅੱਖ ਝਪਕਦਿਆਂ ਮੇਰੇ ਸਾਹਮਣੇ ਆ ਖਲੋਂਦਾ ਹੈ, ਜਿਹਨੂੰ ਚੇਤੇ ਕਰਦਿਆਂ ਅਜੇ ਵੀ ਰੂਹ ਕੰਬਦੀ ਹੈ ਮੇਰੀ। ਤੇ ਨਿਆਣੇ ਕਈ ਰਾਤਾਂ ਚੱਜ ਨਾਲ ਸੁੱਤੇ ਨਹੀਂ ਸਨ ਤੇ ਕਈ ਚਿਰ ਅੱਧੀ ਰਾਤ ਚਾਂਗਰਾ ਮਾਰਦੇ ਉੱਠ ਬੈਠਦੇ ਸਨ। ਦਲਜੀਤ ਨਾਲ ਵਾਪਰੀ ਉਹ ਘਟਨਾ ਮੇਰੇ ਦਿਮਾਗ ਦੇ ਕਿਸੇ ਖੂੰਜੇ 'ਚੋਂ ਮੁੜ ਕਿਸੇ ਡਰਾਉਣੀ ਫਿਲਮ ਵਾਂਗ ਸਾਕਾਰ ਹੋਣ ਲੱਗਦੀ ਹੈ। ਉਸ ਦਿਨ ਵੀ ਰੋਜ਼ ਵਾਂਗ ਹੀ ਕਿਸੇ ਕੰਮ ਧੰਦੇ ਨੂੰ ਮੈਂ ਚੰਗਾ ਭਲਾ ਉਹਦੇ ਲਾਗਿਓਂ ਉੱਠ ਕੇ ਘਰੋਂ ਨਿਕਲਿਆ ਸਾਂ। ਮੈਨੂੰ ਤੁਰਦੇ ਨੂੰ ਉਹਨੇ ਘਰ 'ਚ ਲਿਆਉਣ ਵਾਲੇ ਨਿੱਕ ਸੁੱਕ ਦਾ ਮੁੜ ਚੇਤਾ ਕਰਵਾਇਆ ਸੀ ਤੇ ਨਿੱਕੀਆਂ ਗੱਲਾਂ ਕਰਦੀ ਬਾਹਰਲੇ ਗੇਟ ਤੱਕ ਤੋਰਨ ਆਈ ਸੀ। ਉਹਨੇ ਗੁਲਾਬੀ ਜ਼ਮੀਨ ਤੇ ਟਾਵੀਂ ਜਾਮਨੀ ਰੰਗ ਦੀ ਬੂਟੀ ਵਾਲੀ ਮੈਕਸੀ ਪਾਈ ਸੀ। ਉਸ ਦਿਨ ਉੱਪਰ ਲਈ ਚੁੰਨੀ ਨਾਲ ਆਪਣਾ ਆਪ ਢੱਕ ਵਲੇਟ ਕੇ ਖਲੋਤੀ ਮੈਨੂੰ ਜਾਂਦੇ ਨੂੰ ਗਲੀ ਦੇ ਮੋੜ ਤੱਕ ਵੇਂਦੀ ਰਹੀ ਸੀ। ਮੈਂ ਵੀ ਮੋੜ ਤੱਕ ਜਾਂਦਿਆਂ ਕਈ ਵਾਰ ਪਿੱਛੇ ਭੌਂ ਕੇ ਵੇਖਿਆ ਸੀ। ਚਿਹਰੇ ਤੇ ਫੈਲੀ ਹਲਕੀ ਮੁਸਕਰਾਹਟ ਨਾਲ ਉਹ ਖੱਬਾ ਹੱਥ ਹਵਾ 'ਚ ਲਹਿਰਾ ਕੇ ਆਪਣਾ ਸਨੇਹ ਜਤਾਉਂਦੀ ਰਹੀ ਸੀ। ਇੰਜੀ ਤਾਂ ਸਵੇਰੇ ਉਸਨੇ ਬੱਚਿਆਂ ਨੂੰ ਵੀ ਪੜ੍ਹਨ ਜਾਣ ਵੇਲੇ ਤੋਰਿਆ ਸੀ। ਘਰੋਂ ਤੁਰਿਆ ਮੈਂ ਬੱਸ ਸਟੈਂਡ ਵਾਲੇ ਚੌਂਕ ਲਾਗੇ ਵੀ ਨਹੀਂ ਸੀ ਅਪੜਿਆ ਜਦੋਂ ਲਾਗਲੇ ਘਰੋਂ ਫੋਨ ਆ ਗਿਆ ਸੀ ਤੇ ਕੰਬਦੀ ਜੀ ਆਵਾਜ਼ 'ਚ ਕਾਲੀ ਬੋਲਦੇ ਕੋਲੋਂ ਇੰਨਾ ਕੁ ਸੁਣਿਆ ਸੀ ਕਿ ਰਸੋਈ 'ਚ ਕੰਮ ਕਰਦਿਆਂ ਦਲਜੀਤ ਦੇ ਕੱਪੜਿਆਂ ਨੂੰ ਅੱਗ ਆਣ ਪਈ ਹੈ ਤੇ ਨਾਲ ਹੀ ਜਲਦੀ ਘਰ ਪਹੁੰਚਣ ਲਈ ਕਹਿੰਦਿਆਂ ਫੋਨ ਬੰਦ ਹੋ ਗਿਆ ਸੀ। ਸੁਣਦਿਆਂ ਮੇਰੀਆਂ ਲੱਤਾਂ ਕੰਬਣ ਲੱਗੀਆਂ ਸਨ ਤੇ ਦਿਮਾਗ ਚੱਕਰਾ ਗਿਆ ਸੀ। ਮੈਂ ਵਾਹ-ਉਦਾਈ ਘਰ ਨੂੰ ਭੱਜਿਆ ਸੀ। ਆਪਣੇ ਘਰ ਨੂੰ ਮੁੜਦੀ ਗਲੀ ਦੇ ਮੋੜ ਤੱਕ ਆਉਂਦਿਆਂ ਮੇਰੀ ਹਾਰ ਹੋ ਗਈ ਸੀ। ਠੱਕ ਕਰਕੇ ਵੱਜ ਰਿਹਾ ਕਲੇਜਾ ਮੇਰੇ ਵੱਸ 'ਚ ਨਹੀਂ ਸੀ ਆ ਰਿਹਾ ਤੇ ਨਾ ਹੀ ਮੇਰੇ 'ਚ ਸਾਹ ਸੱਤ ਰਿਹਾ ਸੀ। ਪੈਰ ਮਣਾ ਮੂੰਹ ਭਾਰੇ ਹੋ ਗਏ ਲੱਗਦੇ ਸਨ। ਝੂਠੀਆਂ ਪੈਰੀਆਂ ਲੱਤਾਂ ਦੇ ਸਹਾਰੇ ਮੈਥੋਂ ਗਾਂ ਪੈਰ ਨਹੀਂ ਸੀ ਪੁੱਟਿਆ ਜਾ ਰਿਹਾ।
ਅੱਡੀਆਂ ਚੁੱਕ ਇੱਕ ਦੂਜੇ ਦੇ ਉੱਪਰੋਂ ਦੀ ਝਾਕਦੇ ਲੋਕਾਂ ਵਿੱਚ ਦੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਘਰ ਦੇ ਗੇਟ ਮੂਹਰੇ ਆਣ ਪਹੁੰਚਿਆ ਸੀ। ਮੈਂ ਵੇਖਿਆ ਅੰਦਰ ਬਾਹਰ ਧੂਆਂ ਰੌਲੀ ਪਈ ਹੋਈ ਸੀ। ਜਲੀ ਹੋਈ ਚਮੜੀ ਦੀ ਹੁੰਕਾਰ ਦਿਮਾਗ ਨੂੰ ਚੜ ਰਹੀ ਸੀ। ਸਾਹ ਲੈਂਦਿਆਂ ਦਮ ਘੁੱਟਦਾ ਸੀ ਤੇ ਮੁੜ ਹੁੱਥੂ ਆਉਂਦਾ ਸੀ। ਦਲਜੀਤ ਕਾਲੇ ਰੰਗ ਦੇ ਧੁਆਂਖੇ ਜਿਹੇ ਕੰਬਲ ਹੇਠ ਮੁੱਧੜੇ ਮੂੰਹ ਗੇਟ ਦੇ ਵਿੱਚ ਘਾਰੇ ਪਈ ਤੜਪ ਰਹੀ ਸੀ। ਮੈਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਇਉਂ ਲੱਗਦਾ ਸੀ ਜਿਵੇਂ ਦਿਮਾਗ ਦੀਆਂ ਨਸਾਂ ਸੁੰਨ ਹੋ ਗਈਆਂ ਹੋਣ। ਮੇਰੀ ਇਸ ਹਾਲਤ ਨੂੰ ਭਾਂਪਦਿਆਂ ਹੱਟੀ ਵਾਲੇ ਰਾਜੂ ਦੀ ਵੱਡੀ ਝਾਈ ਨੇ ਕੋਲ ਖਲੋਤਿਆਂ ਨੂੰ ਕਿਹਾ ਸੀ, ਅਗਲੀ ਦੀ ਜਾਨ ਲੱਭਾਂ ਦੀ ਆਈ ਹੈ, ਵੇਲਾ ਨਾ ਵੇਖੋ। ਜਗਰੂਪ ਦੇ ਪਿਓ ਨੂੰ ਕੁਝ ਨਹੀਂ ਸੁੱਝ ਰਿਹਾ। ਬੰਦਾ ਅੰਨਾ ਕਮਲਾ ਹੋ ਜਾਂਦਾ ਇਹੋ ਜਿਹੇ ਵੇਲਿਆਂ 'ਚ। ਛੇਤੀ ਕਰੋ ਵਿਚਾਰੀ ਨੂੰ ਕਿਤੇ ਡਾਕਟਰ ਦੇ ਪਹੁੰਚਾਓ ਜਾ ਕੇ, ਤੇ ਰੱਬੇ ਦੀ ਜਾਨ ਬਖਸ਼ੇ ਤੇ ਆਪਣੇ ਨਿੱਕੇ ਨਿੱਕੇ ਜੀਆ ਜੰਤ 'ਚ ਰਾਜੀ ਖੁਸ਼ੀ ਰਹੇ। ਝਾਈ ਦੀ ਗੱਲ ਸੁਣਦਿਆਂ ਮੇਰਾ ਗੱਜ ਭਰ ਆਇਆ ਸੀ। ਕੀ ਕਰਾਂਗੇ ਅਸੀਂ? ਦਲਜੀਤ ਤੋਂ ਬਗੈਰ ਮੈਨੂੰ ਤਾਂ ਘਰ 'ਚੋਂ ਕਦੀ ਆਪਣੀ ਰੱਖੀ ਸ਼ੈ ਵੀ ਨਹੀਂ ਲੱਭਦੀ। ਇਹਨਾਂ ਸੋਚਾਂ ਨਾਲ ਮੇਰੇ ਦਿਲ ਨੂੰ ਡੋਬੂ ਪੈ ਰਹੇ ਸਨ। ਆਂਢ ਗੁਆਂਢ ਦੀ ਜਦੋਜਹਿਦ ਨਾਲ ਹਸਪਤਾਲ ਪਹੁੰਚੀ। ਦਲਜੀਤ ਨੂੰ ਡਾਕਟਰ ਵੀ ਕਿੱਥੇ ਹੱਥ ਪਾਉਂਦੇ ਸੀ। ਕਿਸੇ ਹੋਰ ਝਮੇਲੇ ਤੋਂ ਡਰਦਿਆਂ ਐਵੇਂ ਆਨਾਕਾਨੀ ਕਰਦੇ ਸੀ। ਅਖੇ ਪੁਲਿਸ ਕੇਸ ਹੈ, ਅਸੀਂ ਕੱਲ ਨੂੰ ਕਿਸੇ ਪਰੇਸ਼ਾਨੀ 'ਚ ਨਾ ਪੈ ਜਾਈਏ। ਜਵਾਨ ਜਹਾਨ ਔਰਤ ਦਾ ਇੰਨੀ ਬੁਰੀ ਤਰ੍ਹਾਂ ਝੁਲਸ ਜਾਣਾ ਹਰ ਵੇਖਣ ਸੁਣਨ ਵਾਲੇ ਦੇ ਮਨ 'ਚ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਡਾਕਟਰ ਨੇ ਥੋੜਾ ਅਗਾਂਹ ਹੋ ਕੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਧਰਵਾਸ ਦੇਣ ਵਾਂਗ ਹਲੀਮੀ ਜਿਹੀ ਨਾਲ ਕਿਹਾ, ਭਾਜੀ ਤੁਹਾਡੇ ਤੇ ਪਈ ਇਸ ਮੁਸੀਬਤ ਨੂੰ ਚੰਗੀ ਤਰ੍ਹਾਂ ਸਮਝਦਿਆਂ ਸੀ। ਸਾਡੀ ਹਮਦਰਦੀ ਹੈ ਮਰੀਜ਼ ਨਾਲ ਵੀ ਤੇ ਤੁਹਾਡੇ ਨਾਲ ਵੀ, ਪਰ ਦੇਖੋ ਇਸ ਗੱਲ ਦਾ ਬੁਰਾ ਨਾ ਮੰਨਿਓ। ਦੁਨੀਆ ਤਾਂ ਅੱਜ ਕੱਲ੍ਹ ਕੱਖਾਂ 'ਚ ਵਲੇਟੀ ਹੈ। ਬਾਅਦ ਵਿੱਚ ਘਰ ਪਰਿਵਾਰ 'ਚੋਂ 100 ਤਰ੍ਹਾਂ ਦੀਆਂ ਗੱਲਾਂ ਨਿਕਲਦੀਆਂ। ਅਗਲੀ ਦੇ ਮਾਪੇ ਆ ਕੇ ਹੋ ਹੱਲਾ ਕਰਨ, ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਫਿਰ ਸਿਆਣੇ ਬਿਆਣੇ ਲੋਕ ਵੀ ਮੀਡੀਏ ਨੂੰ ਬੁਲਾਉਂਦੇ ਆ ਤੇ ਉਹਨਾਂ ਦੇ ਸਾਹਮਣੇ ਪਿੱਟ ਸਿਆਪਾ ਕਰਦੇ ਆ। ਤੈਸ਼ ਚਾਹੀ ਹਸਪਤਾਲਾਂ ਦੇ ਸ਼ੀਸ਼ੇ ਫਰਨੀਚਰ ਵਗੈਰਾ ਭੰਨਣ ਨੂੰ 2 ਮਿੰਟ ਲਾਉਂਦੇ ਆ। ਇਸ ਲਈ ਸਾਡੇ ਸਾਰਿਆਂ ਲਈ ਬਿਹਤਰ ਹੈ ਕਿ ਹੁਣ ਬਣੇ ਹਾਲਾਤਾਂ ਦਾ ਹੌਸਲੇ ਤੇ ਸਮਝਦਾਰੀ ਨਾਲ ਸਾਹਮਣਾ ਕਰੀਏ ਤੇ ਇਹ ਕੇਸ ਪੁਲਿਸ ਦੀ ਜਾਣਕਾਰੀ 'ਚ ਲਿਆਈਏ। ਪਹਿਲਾਂ ਇੱਧਰ ਹਸਪਤਾਲ ਦਾ ਐਮਰਜੈਂਸੀ ਸਟਾਫ ਵੀ ਆਪਣੇ ਵੱਲੋਂ ਟ੍ਰੀਟਮੈਂਟ ਸ਼ੁਰੂ ਕਰਦਾ ਹੈ। ਡਾਕਟਰ ਦੀ ਠਰਮੇ ਨਾਲ ਕਹੀ ਗੱਲ ਨੂੰ ਮੰਨਦਿਆਂ ਗਲੀ ਮਹੱਲੇ 'ਚ ਆਪਣਾ ਅਸਰ ਰਸੂਖ ਵਾਲੇ 1-2 ਜਣੇ ਸੰਬੰਧਿਤ ਥਾਣੇ ਵੱਲ ਰਿਪੋਰਟ ਕਰਨ ਚਲੇ ਗਏ। ਪੁਲਿਸ ਦੇ ਆਉਣ ਤੱਕ ਹਸਪਤਾਲ ਦੇ ਸਟਾਫ ਵੱਲੋਂ ਦਲਜੀਤ ਦੇ ਪੂਰੇ ਸਰੀਰ ਤੇ ਦਵਾਈ ਮਲ ਦਿੱਤੀ ਸੀ ਤੇ ਕੁਝ ਟੀਕੇ ਵੀ ਲਾਤੇ ਸੀ, ਜਿਸ ਨਾਲ ਉਹਨੂੰ ਬੇਸ਼ੱਕ ਥੋੜੀ ਰਾਹਤ ਤਾਂ ਮਿਲੀ ਲੱਗਦੀ ਸੀ, ਫਿਰ ਵੀ ਉਹਦਾ ਅੰਦਰਲਾ ਬੁਰੀ ਤਰ੍ਹਾਂ ਟੁੱਟ ਰਿਹਾ ਸੀ। 2 ਕੁ ਘੰਟੇ ਬਾਅਦ ਪੁਲਿਸ ਵੀ ਆਪਣੀ ਕਾਰਵਾਈ ਲਈ ਆ ਪਹੁੰਚੀ ਸੀ। ਮੁੱਢਲੀ ਜਾਣਕਾਰੀ ਲਈ ਉਹਨਾਂ ਨਿੱਕੀਆਂ ਕਈ ਗੱਲਾਂ ਮੇਰੇ ਤੋਂ ਵੀ ਪੁੱਛੀਆਂ ਸਨ ਤੇ ਨਾਲ ਹੀ ਫਰਜ਼ੀ ਜਿਹਾ ਹੌਸਲਾ ਵੀ ਦਿੱਤਾ ਸੀ। ਐਮਰਜੈਂਸੀ ਵਾਰਡ ਦੀ ਆਖਰੀ ਨੁੱਕਰ 'ਚ ਡਿੱਠੇ ਦਲਜੀਤ ਦੇ ਬੈੱਡ ਦੇ ਬਿਲਕੁਲ ਨਾਲ ਕੁਰਸੀ ਢਾਹ ਕੇ ਬੈਠੇ ਥਾਣੇਦਾਰ ਨੂੰ ਕਈ ਜਵਾਬ ਤਾਂ ਦਲਜੀਤ ਨੇ ਹੌਲੀ ਜਿਹੀ ਹਾਂ ਜਾਂ ਨਾ 'ਚ ਸਿਰ ਹਿਲਾ ਕੇ ਹੀ ਦਿੱਤੇ ਸੀ। ਬਹੁਤ ਕੋਸ਼ਿਸ਼ ਕਰਨ ਤੇ ਮੱਧਮ ਜਿਹੀ ਆਵਾਜ਼ ਤੇ ਉਹਦੇ ਨਾਲ ਹੋਈ ਬੀਤੀ ਬਾਰੇ ਇੰਨੀ ਕੋਈ ਸਮਝ ਲੱਗੀ ਸੀ ਕਿ ਉਸ ਵੇਲੇ ਗੈਸ ਤੇ ਦੁੱਧ ਵਾਲਾ ਪਤੀਲਾ ਰੱਖ ਕੇ ਉਹ ਮੈਨੂੰ ਗੇਟ ਤੱਕ ਤੋਰਨ ਆਈ ਸੀ। ਵਾਪਸ ਜਾ ਕੇ ਜਿਸ ਕੱਪੜੇ ਨਾਲ ਉਹ ਪਤੀਲਾ ਬਲਦੇ ਗੈਸ ਤੋਂ ਲਾਉਣ ਲੱਗੀ ਸੀ, ਕਿਤੇ ਬੇਧਿਆਨੀ 'ਚ ਕੱਪੜੇ ਦੇ ਇੱਕ ਸਿਰੇ ਨੂੰ ਅੱਗ ਪੈ ਗਈ, ਜਿਹਦਾ ਸੇਕ ਉਹਦੇ ਹੱਥਾਂ ਨੂੰ ਪੈਣ ਕਰਕੇ ਬਲਦੇ ਕੱਪੜੇ ਸਣੇ ਗਰਮ ਦੁੱਧ ਵਾਲਾ ਪਤੀਲਾ ਉਹਦੇ ਹੱਥੋਂ ਛੁੱਟ ਗਿਆ ਸੀ। ਹੇਠਾਂ ਡਿੱਗੇ ਬਲਦੇ ਕੱਪੜੇ ਤੋਂ ਅੱਗ ਕਿਸ ਵੇਲੇ ਉਹਦੇ ਗਲ ਪਾਈ ਮੈਕਸੀ ਨੂੰ ਪੈ ਗਈ, ਇਹਦਾ ਉਹਨੂੰ ਵੀ ਪਤਾ ਨਹੀਂ ਸੀ ਚੱਲਿਆ। ਬਸ ਮੱਚੀ ਅੱਗ ਨੇ ਪਲਾਂ ਛਿਨਾਂ 'ਚ ਉਹਨੂੰ ਆਪਣੇ ਕਲਾਵੇ 'ਚ ਲੈ ਲਿਆ ਸੀ। ਆਂਢੀ ਗੁਆਂਢੀ ਵੀ ਤਾਂ ਇੰਝ ਹੀ ਦੱਸਦੇ ਸਨ, ਪਰ ਲੱਗਦਾ ਸੀ ਦਲਜੀਤ ਦੀਆਂ ਕਈਆਂ ਗੱਲਾਂ ਉੱਤੇ ਥਾਣੇਦਾਰ ਨੂੰ ਯਕੀਨ ਨਹੀਂ ਸੀ ਆ ਰਿਹਾ। ਤਾਈਓ ਹਸਪਤਾਲ ਦੀਆਂ ਪੌੜੀਆਂ ਉਤਰਦਿਆਂ ਮੇਰੇ ਮੋਢੇ ਤੇ ਹੱਥ ਧਰਦਿਆਂ ਉਹਨੇ ਕਿਹਾ, ਸਰਦਾਰ ਸਾਹਿਬ ਇੱਧਰੋਂ ਆਏ ਗਏ ਨੂੰ ਨਿਪਟਾ ਕੇ ਆਪਣੇ ਬੱਚਿਆਂ ਨਾਲ ਥਾਣੇ ਗੇੜਾ ਮਾਰਿਓ। ਕੁਝ ਮੁੱਢਲੀ ਜੀ ਪੁੱਛਤਾਛ ਇਹਨਾਂ ਤੋਂ ਵੀ ਕਰ ਲਈਏ। ਗਲੀ ਗੁਆਂਢ 'ਚੋਂ ਪੜਤਾਲ ਕਰਨ ਲਈ ਪੁਲਿਸ ਪਾਰਟੀ ਭੇਜੀ ਹੋਈ ਹੈ, ਉਹ ਵੀ ਰਿਪੋਰਟ ਆ ਜਾਏਗੀ। ਫਿਰ ਵੇਖਦੇ ਹਾਂ ਕਿਸ ਨਤੀਜੇ ਤੇ ਪਹੁੰਚਦੇ ਹਾਂ ਅਸੀਂ। ਥਾਣੇਦਾਰ ਦੀ ਇਸ ਨਤੀਜੇ ਵਰਗੀ ਗੱਲ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਸਕਾਤੀ ਸੀ। ਪੌੜੀਆਂ ਦੇ ਸਭ ਤੋਂ ਹੇਠਲੇ ਸਟੈਪ ਤੇ ਰੇਲਿੰਗ ਦਾ ਸਹਾਰਾ ਲਈ ਖੜਾ ਮੈਂ ਤਰੇਲੀ ਹੋ ਗਿਆ ਸੀ। ਕਈ ਤਰ੍ਹਾਂ ਦੇ ਚੰਦਰੇ ਡਰਾਉਣੇ ਖਿਆਲ ਵਾਵ ਰੋਲੇ ਵਾਂਗ ਮੇਰੇ ਦਿਮਾਗ ਦੀ ਕਿਸੇ ਨੁੱਕਰੋਂ ਇਕੱਠਿਆਂ ਉੱਠ ਖਲੋਤੇ ਸਨ। ਇਹਨਾਂ ਵਾਵ ਰੋਲਿਆਂ 'ਚੋਂ ਹੀ ਕਈ ਵਰੇ ਪਹਿਲਾਂ ਮੇਰੇ ਇੱਕ ਜਾਣਕਾਰ ਨਾਲ ਵਾਪਰੀ ਇਹੋ ਜਿਹੀ ਘਟਨਾ ਯਾਦ ਆਉਣ ਨਾਲ ਮੇਰੇ ਦਿਮਾਗ ਦੀਆਂ ਨਸਾਂ 'ਚ ਕੀੜੀਆਂ ਤੁਰਨ ਲੱਗ ਪਈਆਂ। ਉਹਦੀ ਪਤਨੀ ਵੀ ਸਿਆਲੀ ਦਿਨਾਂ 'ਚ ਨਹਾਉਣ ਵੇਲੇ ਗੈਸ ਵਾਲੇ ਗੀਜ਼ਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਮੌਤ ਦੇ ਮੂੰਹ 'ਚ ਜਾ ਪਈ ਸੀ। ਆਂਢ ਗੁਆਂਢ ਦੀ ਮਦਦ ਨਾਲ ਬਾਥਰੂਮ ਦਾ ਦਰਵਾਜ਼ਾ ਭੰਨ ਕੇ ਅਗਲੀ ਨੂੰ ਬਾਹਰ ਕੱਢਿਆ ਸੀ। ਸਾਰਾ ਮੁਹੱਲਾ ਇਸ ਵਾਪਰੀ ਘਟਨਾ ਦੀ ਇੱਕ ਪਹਿਲੂ ਨੂੰ ਜਾਣਦਾ ਸੀ, ਪਰ ਉਸ ਸ਼ਰੀਫ ਆਦਮੀ ਦੇ ਹੱਕ 'ਚ ਕੋਈ ਵੀ ਨਹੀਂ ਸੀ ਬੋਲਿਆ। ਸਾਰੇ ਦੇ ਸਾਰੇ ਕੰਨੀ ਕਤਰਾ ਗਏ ਸੀ। ਜਨਾਨੀ ਬਾਜ ਹੋਣ ਵਰਗੇ ਇਲਜ਼ਾਮ ਉਹਦੇ ਸਿਰ ਮੜ ਕੇ
ਮਰਨ ਵਾਲੀ ਦੇ ਮਾਪਿਆਂ ਉਹਦੇ ਤੇ ਕਤਲ ਦਾ ਕੇਸ ਕਰਵਾ ਕੇ ਸਾਹ ਲਿਆ ਸੀ ਤੇ ਅੰਤਿਮ ਰਸਮਾਂ ਤਾਂ ਦੂਰ, ਪੂਰੀ ਹੋਈ ਪਤਨੀ ਦਾ ਆਖਰੀ ਵਾਰ ਮੂੰਹ ਵੇਖਣਾ ਵੀ ਨਸੀਬ ਨਹੀਂ ਸੀ ਹੋਇਆ ਉਹਨੂੰ। ਕਈ ਤਰ੍ਹਾਂ ਦੀਆਂ ਜਲੀਲਤਾ ਨੂੰ ਭੋਗਦਾ ਉਹ ਕਈ ਵਾਰੀ ਹਵਾਲਾਤ ਤੇ ਜੇਲ੍ਹਾਂ ਦੀ ਹਵਾ ਫੱਕਦਾ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨ ਨੂੰ ਲੱਗਾ ਰਿਹਾ ਸੀ ਤੇ ਜਦੋਂ ਤੀਕ ਸਬੂਤ ਉਹਦੇ ਹੱਕ 'ਚ ਹੋਏ ਸਨ ਉਦੋਂ ਤੀਕ ਨਾ ਕਿਧਰੇ ਉਹਦਾ ਘਰ ਰਿਹਾ ਸੀ ਤੇ ਨਾ ਹੀ ਪਰਿਵਾਰ। ਨਮੋਸ਼ੀ ਤੇ ਜਲੀਲਤਾ ਦੇ ਮਣਾ ਮੂੰਹ ਭਾਰ ਹੇਠ ਨੱਪਿਆ ਉਹ ਪਤਾ ਨਹੀਂ ਕਿੱਧਰ ਨੂੰ ਮੂੰਹ ਚੁੱਕ ਨਿਕਲ ਗਿਆ ਸੀ। ਅੱਜ ਤੱਕ ਮੁੜ ਉਹਦਾ ਕੋਈ ਥੋ ਪਤਾ ਨਹੀਂ ਲੱਗਿਆ। ਦਿਮਾਗ 'ਚ ਉੱਠ ਰਹੀਆਂ ਇਹਨਾਂ ਘੁੰਮਣ ਘੇਰੀਆਂ ਨੇ ਮੇਰੇ 'ਚ ਰਹਿੰਦਾ ਖੁੰਦਾ ਵੀ ਸਾਹ ਸੱਤ ਨਹੀਂ ਸੀ ਛੱਡਿਆ। ਵਾਰਡ ਅੰਦਰ ਪਈ ਦਲਜੀਤ ਕੋਲ ਵਾਪਸ ਜਾਣ ਲਈ ਪੌੜੀਆਂ ਚੜ੍ਹਨਾ ਮੇਰੇ ਵਾਸਤੇ ਕਿਸੇ ਨੈਣਾ ਦੇਵੀ ਦੇ ਟਿੱਲੇ ਦੀ ਚੜ੍ਹਾਈ ਤੋਂ ਘੱਟ ਨਹੀਂ ਸੀ ਲੱਗ ਰਿਹਾ। ਫਿਰ ਵੀ ਮੈਂ ਲੱਤਾਂ ਧੋਂਦਾ ਕਿਸੇ ਨਾ ਕਿਸੇ ਤਰੀਕੇ ਵਾਪਸ ਉਹਦੇ ਕੋਲ ਜਾ ਪਹੁੰਚਿਆ ਸਾਂ। ਹਸਪਤਾਲ ਦੇ ਸਟਾਫ ਨੇ ਦਲਜੀਤ ਦੇ ਬੈੱਡ ਦੁਆਲੇ ਮੱਛਰਦਾਨੀ ਤਾਣ ਦਿੱਤੀ ਸੀ। ਮੇਰੇ 'ਚ ਮੱਛਰਦਾਨੀ ਦਾ ਪਰਦਾ ਚੁੱਕ ਕੇ ਅੰਦਰ ਝਾਕਣ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਉਹਦੇ ਪੈਰਾਂ ਵੱਲ ਖੜਾ ਮੱਛਰਦਾਨੀ ਦੇ ਮਹੀਨ ਜਾਲੀਦਾਰ ਪਰਦੇ ਵਿੱਚੋਂ ਦੀ ਉਹਦੇ ਚਿਹਰੇ ਵੱਲ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਪਤਾ ਨਹੀਂ ਉਹਨੂੰ ਲਾਏ ਜਾ ਰਹੇ ਟੀਕੇ ਤੇ ਦਵਾਈਆਂ ਦਾ ਅਸਰ ਸੀ ਜਾਂ ਕੁਝ ਹੋਰ। ਉਹ ਹੁਣ ਅਡੋਲ ਪਈ ਸੀ। ਮੂੰਹ ਤੋਂ ਮੱਖੀ ਉਡਾਉਣ ਵਰਗੀ ਕੋਈ ਹਿਲਜੁਲ ਉਹਦੇ ਸਰੀਰ 'ਚ ਨਹੀਂ ਸੀ ਹੋ ਰਹੀ। ਮੇਰੇ ਦਿਲ ਨੂੰ ਡੋਬੂ ਪੈ ਰਹੇ ਸੀ। ਮੈਂ ਚਾਹੁੰਦਾ ਸੀ ਦਲਜੀਤ ਨਿਗਾਹ ਭਰ ਕੇ ਮੇਰੇ ਵੱਲ ਵੇਖੇ ਤੇ ਮੇਰੇ ਦਿਲ ਤੇ ਦਿਮਾਗ ਦੇ ਧੁਰ ਅੰਦਰ ਹੋ ਰਹੇ ਇਹਨਾਂ ਮਾਰੂ ਖਿਆਲਾਂ ਦੇ ਮਹਾਯੁੱਧ ਨੂੰ ਸਮਝੇ, ਜਿਵੇਂ ਪਹਿਲਾਂ ਵੇਖਦਿਆਂ ਹੀ ਸਮਝ ਜਾਂਦੀ ਹੁੰਦੀ ਸੀ। ਉਹਦੀ ਪੈਰੋਂ ਪੈਰ ਮੱਠੀ ਪੈਂਦੀ ਜਾ ਰਹੀ ਹਰ ਤਰ੍ਹਾਂ ਦੀ ਹਿਲਜੁਲ ਮੇਰੀਆਂ ਡਰਾਉਣੀਆਂ ਸੋਚਾਂ ਨੂੰ ਹੋਰ ਜ਼ਰਬਾਂ ਦੇ ਰਹੀ ਸੀ। ਹਸਪਤਾਲ ਦਲਜੀਤ ਨੂੰ ਲੈ ਕੇ ਆਏ ਆਂਢੀ ਗੁਆਂਢੀ ਤੇ ਹੋਰ ਜਾਣਕਾਰ ਕੋਈ ਨਾ ਕੋਈ ਕੰਮ ਦੱਸਦਿਆਂ ਹੌਲੀ-ਹੌਲੀ ਸਾਰੇ ਹੀ ਚਲੇ ਗਏ। ਮੈਂ ਬੈੱਡ ਲਾਗੇ ਖਲੋਤੇ ਨੇ ਅਣਮੰਨੇ ਜਿਹੇ ਮਨ ਨਾਲ ਚਾਰੇ ਪਾਸੇ ਧੌਣ ਪੁਆਂ ਕੇ ਵਾਰਡ ਦਾ ਮੁਆਇਨਾ ਕੀਤਾ। ਵਾਰਡ ਅੰਦਰਲੇ 2-4 ਮਰੀਜ਼ ਆਪੋ ਆਪਣੇ ਬੈੱਡਾਂ ਤੇ, ਕੋਈ ਅੱਧ ਲੇਟਿਆ ਜਿਹਾ, ਕੋਈ ਢੋਲ ਲਾ ਕੇ ਬੈਠਾ ਸੀ। ਕਿਸੇ ਇੱਕ ਅੱਧ ਦੇ ਮੱਠਾ ਹੂੰਗਣ ਤੋਂ ਬਿਨਾਂ ਹੋਰ ਬਿਲਕੁਲ ਚੁੱਪਚਾਪ। ਨਾਲ ਆਏ ਉਹਨਾਂ ਦੇ ਵਾਰਸ ਵੀ ਆਪਣੇ ਮਰੀਜ਼ਾਂ ਦੇ ਲਾਗੇ ਚਾਗੇ ਹੀ ਬੈਠੇ ਸੀ। ਕੋਈ ਵੀ ਬਹੁਤਾ ਬੋਲ ਚਾਲ ਨਹੀਂ ਸੀ ਰਿਹਾ। ਬਸ ਤੈਰਦੀ ਜੀ ਨਜ਼ਰੇ ਮੇਰੇ ਵੱਲ ਪਿਟਰ ਝਾਕ ਰਹੇ ਸਨ। ਮੈਂ ਉਹਨਾਂ ਦੀ ਇਸ ਤਿਰਛੀ ਨਜ਼ਰ ਤੋਂ ਹੋਰ ਵੀ ਘਬਰਾ ਰਿਹਾ ਸਾਂ। ਆਪਣੀ ਇਸ ਘਬਰਾਹਟ ਨੂੰ ਛੁਪਾਉਣ ਲਈ ਤੇ ਹੋਰ ਕਿਸੇ ਕਿਸਮ ਦੀ ਬੇਲੋੜੀ ਪੁੱਛ-ਗਿੱਛ ਤੋਂ ਬਚਣ ਲਈ ਮੈਂ ਉਹਨਾਂ ਵੱਲੋਂ ਜਾਣ-ਬੁੱਝ ਕੇ ਅੱਖਾਂ ਫੇਰ ਲਈਆਂ ਸਨ। ਮੇਰੇ ਧੁਰ ਅੰਦਰਲੇ ਮਾਰੂ ਖਿਆਲਾਂ ਦਾ ਯੁੱਧ ਅਜੇ ਵੀ ਸਿਖਰ ਤੇ ਸੀ। ਮੱਥੇ ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਮੈਂ ਤੈਅ ਕੀਤੇ ਰੁਮਾਲ ਨਾਲ ਮੁੜ-ਮੁੜ ਪੂੰਝਦਾ ਸਾਂ। ਮੇਰੇ 'ਚ ਹੁਣ ਖੜੇ ਹੋਣ ਦੀ ਰੱਤੀ ਭਰ ਵੀ ਹਿੰਮਤ ਨਹੀਂ ਸੀ ਬਚੀ। ਕਈ ਚਿਰ ਤੋਂ ਖਲੋਤੇ ਰਹਿਣ ਕਰਕੇ ਅੰਗ ਦੁਖਣ ਲੱਗਿਆ ਸੀ ਤੇ ਮੈਂ ਕੋਈ ਆਸਰਾ ਲੱਭਦਾ ਸਾਂ। 2 ਘੜੀਆਂ ਚੈਨ ਨਾਲ ਬਹਿਣ ਲਈ ਹਾਰ ਹੰਭ ਕੇ ਮੈਂ ਦਰਵਾਜ਼ਿਓਂ ਪਰਾਂ ਹਟਵੇਂ ਡਿੱਠੇ ਖਾਲੀ ਬੈਂਚ ਤੇ ਜਾ ਬੈਠਿਆ ਸਾਂ ਤੇ ਦਿਮਾਗ ਅੰਦਰਲੀਆਂ ਗਿਣਤੀਆਂ ਦੁਬਾਰਾ ਦੁਹਰਾਉਣ ਲੱਗਿਆ ਸੀ। ਜਦੋਂ ਦਾ ਦਲਜੀਤ ਦੇ ਮਾਪਿਆਂ ਨੂੰ ਉਹਦੇ ਨਾਲ ਵਾਪਰੀ ਹੋਣੀ ਬਾਰੇ ਪਤਾ ਚੱਲਿਆ, ਉਸੇ ਵੇਲੇ ਦੇ ਹੀ ਕਰਨਾਲ ਤੋਂ ਚੱਲ ਪਏ ਸਨ। ਸ਼ਾਮ ਤੀਕ ਉਹਨਾਂ ਵੀ ਇੱਥੇ ਆ ਪਹੁੰਚਣਾ ਸੀ। ਪਤਾ ਨਹੀਂ ਸਿੱਧੇ ਹਸਪਤਾਲ ਆਉਂਦੇ ਨੇ ਜਾਂ ਫਿਰ ਘਰ ਜਾਂਦੇ ਹੈ। ਇਕੱਲੇ ਆਪ ਆ ਰਹੇ ਆ ਜਾਂ ਹੋਰ ਰਿਸ਼ਤੇਦਾਰ ਵੀ ਨਾਲ ਨੇ ਉਹਨਾਂ ਦੇ। ਆਉਂਦਿਆਂ ਕਿੰਜ ਦਾ ਵਿਹਾਰ ਕਰਦੇ ਆ ਕੁਝ ਵੀ ਸੁੱਝ ਨਹੀਂ ਸੀ ਰਿਹਾ। ਮੈਂ ਨਾ ਅਜੀਬ ਜਿਹੀਆਂ ਗਿਣਤੀਆਂ ਦੇ ਚੱਕਰ ਵਿੱਚ ਧੱਸਦਾ ਜਾ ਰਿਹਾ ਸੀ। ਬੈਠਾ ਮੈਂ ਕਦੀ-ਕਦਾਈ ਸਿਰ ਉੱਪਰ ਚੁੱਕ ਕੇ ਹਸਪਤਾਲ ਦੇ ਅੰਦਰ ਆਉਂਦੇ ਜਾਂਦੇ ਲੋਕਾਂ ਨੂੰ ਵੇਖਣ ਲੱਗਦਾ ਸਾਂ। ਮੈਨੂੰ ਖੌਫ ਆਉਣ ਲੱਗਦਾ ਸੀ ਉਹਨਾਂ ਤੋਂ। ਐਵੇਂ ਅਣਕਿਆਸੀ ਭੀੜ ਤੁਰੀ ਫਿਰਦੀ ਸੀ, ਦਗੜ ਕਰਦੀ। ਇਸ ਭੀੜ ਅੰਦਰਲੇ ਬਹੁਤੇ ਲੋਕ ਮੈਨੂੰ ਸਾਜ਼ਿਸ਼ੀ ਲੱਗਦੇ ਸਨ। ਇੱਧਰ ਉੱਧਰ ਜਾਂਦਿਆਂ ਜਦੋਂ ਟੇਢੀ ਜਿਹੀ ਅੱਖ ਨਾਲ ਮੇਰੇ ਵੱਲ ਝਾਕ ਕੇ ਲੰਘਦੇ ਤਾਂ ਮੈਨੂੰ ਉਹਨਾਂ ਦੀ ਵੇਖਣੀ ਸਾਫ਼ ਨਹੀਂ ਸੀ ਲੱਗਦੀ। ਕਿਤੇ ਨਾ ਕਿਤੇ ਉਹਨਾਂ ਦੀ ਨੀਅਤ 'ਚ ਖੋਟ ਲੱਗਦਾ ਸੀ। ਇਉਂ ਜਾਪਦਾ ਸੀ ਜਿਵੇਂ ਇਹ ਕਿਸੇ ਮੌਕੇ ਦੀ ਤਲਾਸ਼ 'ਚ ਹੋਣ ਕਿ ਕਦੋਂ ਕੋਈ ਮੇਰੇ ਵਿਰੁੱਧ ਥੋੜ੍ਹੀ ਬਹੁਤੀ ਵੀ ਗੱਲ ਸ਼ੁਰੂ ਹੋਵੇ ਤੇ ਝਟਪਟ ਆਪਣੇ ਤੇ ਮੇਰੇ ਵਿਚਕਾਰ ਜ਼ਮੀਨ ਤੇ ਵਗੀ ਲਕੀਰ ਛਾਲਾ ਮਾਰਦੇ ਟੱਪ ਕੇ ਮੈਦਾਨ 'ਚ ਨਿੱਤਰਨਗੇ ਤੇ ਪਲਾਂ ਛਣਾਂ 'ਚ ਆਪਣਾ ਕੰਮ ਤਮਾਮ ਕਰਕੇ ਫਿਰ ਭੀੜ 'ਚ ਲੋਪ ਹੋ ਜਾਣਗੇ। ਇੰਨਾ ਕੋਈ ਰੋਲ ਹੁੰਦਾ ਭੀੜ ਅੰਦਰਲੇ ਇਹਨਾਂ ਲੋਕਾਂ ਦਾ। ਮੇਰਾ ਧਿਆਨ ਵਾਰਡ ਅੰਦਰ ਪਈ ਦਲਜੀਤ ਵੱਲ ਜਾਂਦਾ ਸੀ, ਜਿਹੜਾ ਹੁਣ ਬੋਲਚਾਲ ਵੀ ਨਹੀਂ ਰਹੀ ਤੇ ਨਾ ਹੀ ਅੱਗਿਓਂ ਕੋਈ ਬਹੁਤਾ ਹੁੰਗਾਰਾ ਭਰਦੀ ਸੀ। ਮੈਂ ਸੋਚਦਾ ਕਿ ਉਹ ਤਾਂ ਮੇਰੇ ਬਾਰੇ ਇਹੋ ਜਿਹਾ ਕੁਝ ਸੁਪਨੇ 'ਚ ਵੀ ਨਹੀਂ ਸੋਚ ਸਕਦੀ। ਉਹਦੇ ਹੁੰਦਿਆਂ ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਫਿਰ ਸੋਚਦਾ ਕਿ ਉਹ ਵੀ ਜ਼ਿੰਦਗੀ ਦੇ ਜਿਸ ਮੋੜ ਤੇ ਖੜੀ ਹੈ ਇਸ ਵੇਲੇ ਕੀ ਕਰੂ। ਜਦੋਂ ਹੋਰ ਕਈ ਜਣੇ ਇਹਦੀ ਵਾਹ ਪੇਸ਼ ਨਾ ਜਾਣ ਦੇਣਗੇ, ਜਿਵੇਂ ਥੋੜ੍ਹਾ ਸਮਾਂ ਪਹਿਲਾਂ ਬਿਆਨ ਲੈਣ ਆਇਆ ਥਾਣੇਦਾਰ ਹੋਂਗਦੀ ਦਲਜੀਤ ਦੇ ਨੇੜੇ ਬੈਠਾ ਉਹਨੂੰ ਮੁੜ ਕਹਿ ਰਿਹਾ ਸੀ ਕਿ ਮੈਡਮ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ, ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ।
ਫਿਰ ਉਹਨੇ ਸ਼ੱਕੀ ਜਿਹੀ ਨਿਗਾਹ ਨਾਲ ਮੇਰੇ ਵੱਲ ਝਾਕਿਆ ਸੀ ਤੇ ਪਤਾ ਨਹੀਂ ਕੀ ਸੋਚ ਕੇ ਸਿਰ ਦੇ ਇਸ਼ਾਰੇ ਨਾਲ ਮੈਨੂੰ ਥੋੜਾ ਪਰਾਂ ਜਾਣ ਨੂੰ ਕਿਹਾ ਸੀ। ਮੈਂ ਹਟਵਾਂ ਖਲੋਤਾ ਵੀ ਲਾਚਾਰਗੀ ਜਿਹੀ ਨਾਲ ਉਹਨਾਂ ਵੱਲ ਝਾਕ ਰਿਹਾ ਸਾਂ। ਥਾਣੇਦਾਰ ਉਹਦੇ ਕੰਨ ਲਾਗੇ ਮੂੰਹ ਕਰਕੇ ਕੁਝ ਕਹਿੰਦਾ ਸੀ। ਉਹ ਅੱਗਿਓਂ ਕਦੀ ਹਾਂ ਕਦੀ ਨਾ 'ਚ ਮੱਠਾ ਸਿਰ ਹਿਲਾਉਂਦੀ ਸੀ, ਜਦੋਂ ਮੈਂ ਕੋਈ ਵੀ ਅੰਦਾਜ਼ਾ ਨਹੀਂ ਸੀ ਲਾ ਸਕਿਆ। ਬਸ ਅੰਦਰੋਂ ਕਿਰਦਾ ਤੇ ਖੁਰਦਾ ਜਾ ਰਿਹਾ ਸੀ। ਬੈਂਚ ਤੇ ਬੈਠੇ ਦਾ ਮੇਰਾ ਸਰੀਰ ਸੁੰਨ ਹੁੰਦਾ ਜਾ ਰਿਹਾ ਸੀ। ਦੋਵੇਂ ਨਿਆਣੇ ਵੀ ਕਦੋਂ ਦੇ ਆ ਕੇ ਮੇਰੇ ਆਸੇ-ਪਾਸੇ ਮੇਰੇ ਨਾਲ ਲੱਗ ਕੇ ਨਿੰਮੋ ਝੂਣੇ ਹੋਏ ਬੈਠੇ ਸਨ। ਉਹਨਾਂ ਆਪਣੀਆਂ ਧੌਣਾਂ ਹੇਠਾਂ ਨੂੰ ਸੁੱਟੀਆਂ ਸਨ। ਚੁੱਪ ਦੀ ਸੰਘਣੀ ਚਾਦਰ ਉਹਨਾਂ ਦੇ ਮਾਸੂਮ ਚਿਹਰਿਆਂ ਤੇ ਤਣੀ ਹੋਈ ਸੀ। ਮੈਂ ਦੋਹਾਂ ਨੂੰ ਆਪਣੀਆਂ ਨਿਰਜਿੰਦ ਹੋਈਆਂ ਬਾਹਾਂ ਦੇ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕਰਦਾ। ਮੇਰੀ ਭੁੱਬ ਨਿਕਲਦੀ ਮਸਾਂ ਮੇਰੇ ਕਾਬੂ 'ਚ ਆਉਂਦੀ ਹੈ। ਮੈਨੂੰ ਪਤਾ ਹੈ ਦਲਜੀਤ ਦੇ ਸਾਥ ਬਿਨਾਂ ਅਸੀਂ ਤਿੰਨਾਂ ਰੁੱਲ ਜਾਣਾ। ਇਹੋ ਜਿਹੀ ਉਧੇੜ ਬੁਣ 'ਚ ਪਤਾ ਨਹੀਂ ਕਦੋਂ ਦੀ ਰਾਤ ਆਣ ਉਤਰੀ ਸੀ। ਹਸਪਤਾਲ 'ਚ ਜਗਦੀਆਂ ਲਾਈਟਾਂ ਦੇ ਚਾਨਣ 'ਚ ਵੀ ਸਾਡੇ ਸਾਹਮਣੇ ਘੁੱਪ ਹਨੇਰਾ ਪਸਰਿਆ ਹੋਇਆ ਸੀ। ਇਸ ਅਣਕਿਆਸੇ ਹਨੇਰੇ ਦੀ ਸੰਘਣੀ ਪਰਤ 'ਚੋਂ ਮੈਂ ਦਲਜੀਤ ਦੇ ਨਕਸ਼ ਤਲਾਸ਼ ਕਰ ਰਿਹਾ ਸੀ। ਨਿਰਾਸਤਾ ਤੋਂ ਬਿਨਾਂ ਸਾਡੇ ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ। ਦਿਨ ਭਰ ਦੀ ਆਵਾਜ਼ਾਰੀ ਦੇ ਸਫ਼ਰ ਦੇ ਭੰਨੇ ਦਲਜੀਤ ਦੇ ਮੰਮੀ ਡੈਡੀ ਵੀ ਆ ਪਹੁੰਚੇ ਸੀ। ਇਉਂ ਲੱਗਦਾ ਸੀ ਜਿਉਂ ਦਲਜੀਤ ਉਹਨਾਂ ਨੂੰ ਹੀ ਉਡੀਕਦੀ ਪਈ ਸੀ। ਬਜ਼ੁਰਗ ਬਾਪ ਨੇ ਅੱਗੇ ਹੋ ਕੇ ਧੀ ਦੇ ਸਿਰ ਹੱਥ ਧਰਿਆ ਸੀ। ਮਾਂ ਨੇ ਸਿਰਹਾਣੇ ਲਾਗੇ ਬਹਿੰਦਿਆਂ ਦਲਜੀਤ ਦਾ ਸਿਰ ਆਪਣੇ ਗੋਡਿਆਂ ਤੇ ਟਿਕਾਇਆ ਸੀ। ਬਸ ਇੱਕ ਵੇਰਾ ਉਹਨਾਂ ਨੇ ਤੈਰਦੀ ਜੀ ਨਜ਼ਰੇ ਪਹਿਲਾਂ ਸਿਰਹਾਣੇ ਬੈਠੀ ਮਾਂ ਵੱਲ, ਬੈੱਡ ਦੇ ਆਸ-ਪਾਸ ਸਾਡੇ ਖਲੋਤਿਆਂ ਵੱਲ ਵੇਖਿਆ ਸੀ। ਫਿਰ ਉਹਨੇ ਨਜ਼ਰਾਂ ਫੇਰ ਲਈਆਂ ਸੀ। ਹੌਲੀ ਉਹਦੀਆਂ ਪਲਕਾਂ ਦੇ ਬੂਹੇ ਟੁੱਕਦੇ ਜਾ ਰਹੇ ਸਨ। ਹਸਪਤਾਲ ਦੇ ਸਟਾਫ ਵੱਲੋਂ ਬਥੇਰੀ ਵਾਹ ਲਾਈ ਸੀ ਉਹਨੂੰ ਬਚਾਉਣ ਦੀ, ਪਰ ਸਾਡੇ ਵਹਿੰਦਿਆਂ ਉਹਨੇ 2-3 ਵਾਰ ਹਲਕੀ ਜਿਹੀ ਹਿਚਕੀ ਲਈ ਸੀ ਤੇ ਉਹਦੀਆਂ ਅੱਖਾਂ ਤਾੜੇ ਜਾ ਲੱਗੀਆਂ ਸਨ। ਟੁੱਟਵੇਂ ਜੇ ਆਖਰੀ ਸਾਹਾਂ ਦੀ ਹਲਕੀ ਜਿਹੀ ਫੂਕ 1-2 ਵਾਰ ਬਾਹਰ ਨਿਕਲੀ ਸੀ। ਸਾਹਾਂ ਦੀ ਤੰਦ ਟੁੱਟਦਿਆਂ ਸਾਰ ਉਹਦੀ ਨਿਰਜਿੰਦ ਹੋਈ ਧੌਣ ਇੱਕ ਪਾਸੇ ਨੂੰ ਟੇਢੀ ਹੋ ਗਈ ਸੀ ਤੇ ਉਹ ਸਹਿਜ ਹੋ ਗਈ ਸੀ। ਦਲਜੀਤ ਦੀ ਮੰਮੀ ਨੇ ਉਹਦੇ ਉੱਪਰ ਵਾਲਾ ਕੱਪੜਾ ਛਾਤੀ ਤੋਂ ਖਿੱਚਦਿਆਂ ਉਹਦਾ ਮੂੰਹ ਕੱਜ ਦਿੱਤਾ ਸੀ ਤੇ ਅਸਮਾਨ ਪਾੜਵੀਆਂ ਧਾਹਾਂ ਨਾਲ ਆਸਾ-ਪਾਸਾ ਕੁਰਲਾ ਉੱਠਿਆ ਸੀ। ਉਹਦੀ ਇੰਨੀ ਕੁ ਸਾਂਝ ਸੀ ਸਾਡੇ ਸਾਰਿਆਂ ਨਾਲ। ਆਪਣੇ ਹਿੱਸੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅੱਧ ਵਿਚਾਲੇ ਛੱਡਦੀ ਇਸ ਕੰਧ ਨਾਲ ਟੰਗੀ ਫੋਟੋ ਦੇ ਫਰੇਮ 'ਚ ਜਾ ਬੈਠੀ ਸੀ ਉਹ, ਜਿਸ ਅੱਗੇ ਖਲੋਤਾ ਮੈਂ ਘਰ 'ਚ ਸਾਡੇ ਤਿੰਨਾਂ ਵਿਚਾਲੇ ਪਈ ਇਸ ਨਵੀਂ ਲੀਲਾ ਬਾਰੇ ਸੋਚ ਰਿਹਾ, ਜਿਹਦਾ ਕੋਈ ਸਿਰਾ ਮੇਰੇ ਹੱਥ ਨਹੀਂ ਲੱਗ ਰਿਹਾ। ਮੈਨੂੰ ਇਸ ਤਰ੍ਹਾਂ ਖਲੋਤੇ ਨੂੰ ਦੋਵੇਂ ਝਾਕਦੇ ਨੇ ਵਾਰੋ-ਵਾਰੀ। ਮੈਨੂੰ ਪਤਾ ਇਹ ਕੁਛ ਨਾ ਕੁਛ ਫੇਰ ਕਹਿਣਗੇ, ਅਵੱਲਾ ਸੁਵੱਲਾ। ਮੈਂ ਕਈ ਵਾਰ ਸੋਚਦਾ ਕਿ ਇਹਨਾਂ ਦੋਵਾਂ ਦਾ ਇਹ ਵੱਢ ਖਾਣ ਵਾਲਾ ਵਿਵਹਾਰ ਪਹਿਲੇ ਦਿਨ ਤੋਂ ਤਾਂ ਨਹੀਂ ਸੀ। ਦਲਜੀਤ ਦੇ ਇਸ ਤਰ੍ਹਾਂ ਹੋ ਜਾਣ ਤੋਂ ਬਾਅਦ ਤਾਂ ਮੇਰਾ ਭੋਰਾ ਵਸਾ ਨਹੀਂ ਸੀ ਖਾਂਦੇ। ਲੰਘੇ 2 ਸਾਲ ਜਿਵੇਂ ਮੈਂ ਇਹਨਾਂ ਦਾ ਖਿਆਲ ਰੱਖਦਾ ਰਿਹਾ, ਉਵੇਂ ਇਹਨਾਂ ਆਪਣੀ ਉਮਰ ਤੋਂ ਵੀ ਸਿਆਣਿਆਂ ਵਾਂਗ ਮੇਰੀ ਹਰ ਲੋੜ ਦਾ ਧਿਆਨ ਰੱਖਿਆ ਸੀ। ਆ ਤਾਂ ਥੋੜੇ ਦਿਨ ਪਹਿਲਾਂ ਜਦੋਂ ਤਾਂ ਇਹਨਾਂ ਨੂੰ ਮੇਰੇ ਤੇ ਗੁਰਮੀਤ ਬਾਰੇ ਭਿਣਕ ਪਈ ਹੈ, ਉਦੋਂ ਤੋਂ ਹੀ ਪੁੱਠੀਆਂ ਚੁੱਕੀਆਂ ਇਹਨਾਂ ਨੇ। ਮੈਂ ਤਾਂ ਆਪਣੇ ਵੱਲੋਂ ਬਥੇਰਾ ਲੁਕਾ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਹਰ ਕਦਮ ਫੂਕ ਰੱਖਦਾ ਰਿਹਾ, ਪਰ ਅੱਜ ਕੱਲ੍ਹ ਦੇ ਇਸ ਅਗਲੇ ਪੋਸ਼ ਤੋਂ ਕਿੱਥੋਂ ਛਿਪੇ ਰਿਹਾ ਜਾ ਸਕਦਾ ਹੈ। ਜਿਹੜੇ ਵਾਲ ਦੀ ਖੱਲ ਲਾਉਣ ਤੱਕ ਜਾਂਦੇ ਹੈ ਤੇ ਆਨੇ ਬਹਾਨੇ ਕੋਈ ਨਾ ਕੋਈ ਗੱਲ ਛੋਈ ਰੱਖਦੇ ਹੈ। ਇਸੇ ਤਰ੍ਹਾਂ ਤਾਂ ਉਸ ਦਿਨ ਰੋਟੀ ਰੱਖਣ ਲਈ ਆਈ ਸਿਮਰਨ ਨੇ ਗੱਲ ਛੇੜਦਿਆਂ ਕਿਹਾ ਸੀ, ਪਾਪਾ ਅਸੀਂ ਕਿਹੜੀ ਗੱਲ ਦਾ ਖਿਆਲ ਨਹੀਂ ਰੱਖਦੇ ਤੁਹਾਡਾ? ਲੀੜਾ ਕੱਪੜਾ ਧੋਤਾ ਬਣਿਆ ਮਿਲਦਾ ਹੈ ਨਾ, ਤੇ ਕੋਈ ਕਸਰ ਸਾਡੇ ਵੱਲੋਂ ਰਹਿੰਦੀ ਹੈ ਤਾਂ ਉਹ ਦੱਸੋ। ਕੀ ਦੱਸਦਾ? ਬਿਟਰ ਸਿਮਰਨ ਵੱਲ ਤੱਕਦਿਆਂ ਸੋਚਦਾ ਕਿ ਮੁਟਿਆਰ ਧੀ ਹੈ, ਕਿੰਜ ਸਮਝਾਵਾਂ ਇਹਨੂੰ ਕਿ ਬੰਦੇ ਦੀਆਂ ਸਾਰੀਆਂ ਲੋੜਾਂ ਕੱਪੜਿਆਂ ਦੀਆਂ ਤਹਿ ਹੇਠ ਨਹੀਂ ਨੱਪੀਆਂ ਜਾਂਦੀਆਂ। ਤੇ ਨਾਲ ਹੀ ਐਤਕੀ ਗਰਮੀਆਂ 'ਚ ਸ਼ਹਿਰ ਦੇ ਬਾਈਪਾਸ ਤੇ ਜਾਂਦਿਆਂ ਮੇਰੇ ਨਾਲ ਵਾਪਰੀ ਘਟਨਾ ਮੇਰੇ ਅੱਗਿਓਂ ਦੀ ਗੁਜ਼ਰਦੀ ਹੈ। ਸਿਖਰ ਦੁਪਹਿਰ ਲੱਗੀ ਸੀ, ਕਿਸੇ ਜ਼ਰੂਰੀ ਕੰਮ ਲਈ ਉੱਧਰ ਨੂੰ ਨਿਕਲਿਆ ਸੀ। ਰਾਹ ਜਾਂਦੀਆਂ ਹੀ ਸੜਕ ਦੇ ਕੰਢੇ ਖੜੀਆਂ 2 ਅਧਖੜ ਉਮਰ ਦੀਆਂ ਜਨਾਨੀਆਂ ਅਗਲੇ ਮੋੜ ਤੱਕ ਜਾਣ ਲਈ ਮੇਰੇ ਪਿੱਛੇ ਬੈਠ ਗਈਆਂ ਸਨ। ਉਹਨਾਂ ਦੀ ਨਿੱਕੀ ਮੋਟੀ ਗੱਲਬਾਤ 'ਚ ਮੈਂ ਵੀ ਆਪਣੀ ਆਦਤ ਮੁਜਬ ਹਿੱਸਾ ਲੈਣ ਲੱਗਿਆ ਸਾਂ ਤੇ ਇਸੇ ਹਿੱਸੇਦਾਰੀ 'ਚੋਂ ਸ਼ੁਰੂ ਹੋਈ ਗੱਲਬਾਤ ਕਈ ਮੋੜ ਕੱਟ ਗਈ ਸੀ। ਅੰਤ ਉਹਨਾਂ 'ਚੋਂ ਇੱਕ ਜਣੀ ਨੇ ਇਹ ਕਹਿੰਦਿਆਂ ਮੇਰੇ ਅੰਦਰਲੀਆਂ ਖਾਸ਼ਾਂ 'ਚ ਖਲਬਲੀ ਮਚਾ ਦਿੱਤੀ ਸੀ ਕਿ ਜਗ੍ਹਾ ਸਾਡੇ ਕੋਲ ਹੈਗੀ ਹੈ, 500 ਦਾ ਖਰਚਾ ਹੈ ਭਾਜੀ। ਸੁਣ ਕੇ ਮੈਂ ਦੁਚਿੱਤੀ 'ਚ ਬਹਿ ਗਿਆ ਸੀ, ਪਰ ਮੇਰੇ ਪਿੱਛੇ ਬਿਲਕੁਲ ਨਾਲ ਲੱਗ ਕੇ ਬੈਠੀਆਂ ਦੇ ਗੁੰਦਵੇਂ ਤੇ ਤਰਾਸ਼ੇ ਸਰੀਰਾਂ ਦੇ ਅਹਿਸਾਸ ਨਾਲ ਮੈਥੋਂ ਨਾ ਨਹੀਂ ਸੀ ਹੋਈ। ਉਹਨਾਂ 'ਚੋਂ ਇੱਕ ਜਣੀ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਤੇ ਫਿਰ ਮੈਨੂੰ ਕਿਸੇ ਨਵੀਂ ਕੱਟੀ ਕਲੋਨੀ ਵੱਲ ਮੋਟਰਸਾਈਕਲ ਲੈ ਕੇ ਜਾਣ ਨੂੰ ਕਿਹਾ ਸੀ।
ਮੈਂ ਕਿਸੇ ਅਣਕਿਆਸੇ ਚਾਚ ਕਲੋਨੀ ਦੀਆਂ ਬੜਖਾਬੜ ਸੜਕਾਂ ਉੱਪਰ ਚਿਹਰੇ ਤੇ ਸ਼ਰਾਫਤ ਦਾ ਮੁਜ਼ਾਹਰਾ ਕਰਦਿਆਂ ਮੋਟਰਸਾਈਕਲ ਦੌੜਾ ਰਿਹਾ ਸੀ। ਮੇਰੇ ਪਿੱਛੇ ਬੈਠੀ ਔਰਤ ਮੇਰੀ ਵੱਖੀ ਲਾਗੇ ਉਹਦੀ ਬਾਂਹ ਕੱਢ ਕੇ ਕਦੇ ਖੱਬੇ ਮੁੜਨ ਦਾ ਇਸ਼ਾਰਾ ਕਰਦੀ, ਕਦੇ ਸੱਜੇ। ਮੈਂ ਵੀ ਬੜੇ ਸਾਊਆਂ ਵਾਂਗ ਉਹਦੇ ਕਹੇ ਦਾ ਪਾਲਣ ਕਰ ਰਿਹਾ ਸਾਂ। ਅਸੀਂ ਸੱਜੇ ਖੱਬੇ ਮੁੜਦਿਆਂ ਉਸ ਕਲੋਨੀ ਦੀਆਂ ਸੜਕਾਂ ਦੇ ਕਈ ਗੇੜੇ ਕੱਢ ਲਏ ਸਨ। ਉਹਨਾਂ 1-2 ਵਾਰੀ ਫੋਨ ਵੀ ਕੀਤਾ ਸੀ, ਪਰ ਉਹਨਾਂ ਨੂੰ ਅੱਗਿਓਂ ਹਰੀ ਝੰਡੀ ਨਹੀਂ ਸੀ ਮਿਲ ਰਹੀ। ਤਾਂ ਹੀ ਉਹ ਹੋਰ ਥੋੜਾ ਕਹਿੰਦਿਆਂ ਘੰਟਾ ਭਰ ਇੱਧਰ ਉੱਧਰ ਘੁਮਾਉਂਦੀਆਂ ਰਹੀਆਂ ਸਨ। ਕਲੋਨੀ 'ਚ ਕਿਤੇ ਕਿਤੇ ਹੀ ਕੋਈ ਘਰ ਅਜੇ ਉਸਰਿਆ ਸੀ। ਤਿੱਖੜ ਦੁਪਹਿਰ ਲੱਗੀ ਹੋਣ ਕਰਕੇ ਸੜਕ ਤੇ ਵੀ ਕੋਈ ਵਿਰਲਾ ਟਾਵਾ ਹੀ ਫਿਰਦਾ ਦਿਸਦਾ ਸੀ। ਜਿਉਂ-ਜਿਉਂ ਸਮਾਂ ਟੱਪਦਾ ਜਾ ਰਿਹਾ ਸੀ ਤਿਉਂ ਮੇਰੇ ਅੰਦਰਲੀ ਉਤਸੁਕਤਾ ਸਿਖਰ ਤੇ ਪਹੁੰਚ ਰਹੀ ਸੀ। ਮੁੜ-ਮੁੜ ਮੇਰੇ ਦਿਮਾਗ ਤੇ ਧੁਰ ਅੰਦਰੋਂ ਕਰੰਟ ਵਰਗੀ ਕੋਈ ਲਹਿਰ ਜਿਹੀ ਉੱਠਦੀ ਸੀ, ਜਿਹੜੀ ਮੇਰੇ ਅੰਦਰ ਅਜੀਬ ਜਿਹੀ ਝੁੰਝਣੀ ਛੇੜਦੀ ਪੈਰਾਂ ਵੱਲ ਨੂੰ ਦੌੜਦੀ ਸੀ। ਮੋਟਰਸਾਈਕਲ ਦੇ ਹੈਂਡਲ ਦੇ ਦੋਵੇਂ ਪਾਸੇ ਲੱਗੇ ਸ਼ੀਸ਼ਿਆਂ ਵਿੱਚੋਂ ਦੀ ਮੈਂ ਪਿੱਛੇ ਬੈਠੀਆਂ ਦੋਵਾਂ ਦੇ ਥੋੜੇ ਦਿਸਦੇ ਚਿਹਰਿਆਂ ਨੂੰ ਮੁੜ-ਮੁੜ ਨਿਹਾਰਦਾ ਸਾਂ ਤੇ ਮਨ ਹੀ ਮਨ 'ਚ ਕਈ ਤਰ੍ਹਾਂ ਦੇ ਖਿਆਲ ਢਾਉਂਦਾ ਤੇ ਉਸਾਰਦਾ ਸਾਂ। ਸ਼ਾਇਦ ਇਸੇ ਕਰਕੇ ਕਿਸੇ ਗੁੱਝੇ ਚਾਚ ਉਸ ਦਿਨ ਕੜਕਦੀ ਧੁੱਪ ਦੀ ਵੀ ਬਹੁਤੀ ਪਰਵਾਹ ਨਹੀਂ ਸੀ ਮੈਨੂੰ ਲੱਗਿਆ ਜਿਵੇਂ ਮੇਰੇ ਪਿੱਛੇ ਬੈਠੀਆਂ ਨੂੰ ਹਰੀ ਝੰਡੀ ਮਿਲ ਗਈ ਸੀ। ਇਸੇ ਕਰਕੇ ਉਹਨਾਂ ਤਿਰਛੇ ਜਿਹੇ ਮੋੜ ਤੋਂ ਮੁੜਦਿਆਂ ਸੜਕ ਦੇ ਅੰਤ ਤੇ ਜਾ ਕੇ ਬ੍ਰੇਕ ਮਾਰਨ ਲਈ ਕਿਹਾ ਸੀ। ਮੰਜ਼ਿਲ ਨੇੜੇ ਆਈ ਵੇਖ ਮੇਰੇ ਸਾਹ ਤੇਜ਼ ਹੋ ਗਏ ਸਨ ਤੇ ਸਰੀਰ 'ਚ ਫੁਰਤੀ ਆ ਗਈ ਸੀ। ਮੈਂ ਮੋਟਰਸਾਈਕਲ ਦਾ ਹੈਂਡਲ ਸਵਾਰ ਕੇ ਫੜਦਿਆਂ ਸਪੀਡ ਵਾਲੀ ਸੂਈ ਉੱਪਰ ਚੁੱਕ ਦਿੱਤੀ ਸੀ। ਮੇਰੇ ਤੋਂ ਮੇਰੇ ਅੰਦਰਲਾ ਚਾਅ ਸੰਭਿਆ ਨਹੀਂ ਸੀ ਜਾ ਰਿਹਾ ਤੇ ਢਿੱਡ 'ਚੋਂ ਫੁੱਟਦੇ ਖੁਸ਼ੀ ਲੱਡੂ ਮੈਨੂੰ ਹਵਾ 'ਚ ਬਿਨ ਖੰਭੋਂ ਉਡਾ ਰਹੇ ਸਨ। ਆਖਰੀ ਮੋੜ ਤੇ ਅਜੇ ਅਸੀਂ ਥੋੜਾ ਪਿੱਛੇ ਹੀ ਸਾਂ ਜਦੋਂ ਵੱਡੇ ਮੋਟਰਸਾਈਕਲ ਤੇ ਮੇਰੇ ਤੋਂ ਵੀ ਅੱਗੇ ਲੰਘਦਿਆਂ 2 ਪੁਲਿਸ ਵਾਲਿਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ, ਜਿਨ੍ਹਾਂ ਨੂੰ ਵੇਖਦਿਆਂ ਮੇਰੇ ਤੋਤੇ ਉੱਡ ਗਏ ਤੇ ਮੇਰੇ ਤੋਂ ਮਸਾਂ ਬ੍ਰੇਕ ਵੱਜ ਹੋਈ ਸੀ। ਖਲੋਤਾ ਮੋਟਰਸਾਈਕਲ ਵੀ ਮੇਰੇ ਤੋਂ ਸਾਂਭਿਆ ਨਹੀਂ ਸੀ ਜਾ ਰਿਹਾ ਤੇ ਮੈਂ ਡਿੱਗਣੋਂ ਮਸਾਂ ਹੀ ਬਚਿਆ ਸੀ। ਗਿਆਨੀ ਕਿੱਧਰ? ਉਹਨਾਂ 'ਚੋਂ ਇੱਕ ਜਣਾ ਮੇਰੇ ਉਤਰੇ ਹੋਏ ਚਿਹਰੇ ਵੱਲ ਵੇਖਦਾ ਬੋਲਿਆ ਸੀ। ਇੱਧਰ ਪਲਾਟ ਵੇਖਣ ਆਏ ਸਾਂ ਜੀ, ਮੇਰੇ ਤੋਂ ਥਿਰਕਦੀ ਜ਼ੁਬਾਨੇ ਮਰੀਅਲ ਜੀ ਆਵਾਜ਼ 'ਚ ਮਸਾਂ ਕਹਿ ਹੋਇਆ ਸੀ। ਤੇ ਇਹ ਬੀਬੀਆਂ ਕੌਣ ਨੇ ਜਿਹੜੀਆਂ ਸਿਖਰ ਦੁਪਹਿਰੇ ਮਗਰ ਬਿਠਾਈ ਫਿਰਦਾ? ਦੂਜਾ ਮੁਲਾਜ਼ਮ ਪਿੱਛੇ ਖਲੋਤੀਆਂ ਜਨਾਨੀਆਂ ਵੱਲ ਮੂੰਹ ਕਰਕੇ ਬੋਲਿਆ ਸੀ। ਪਤਾ ਨਹੀਂ ਸਰ, ਇਹਨਾਂ ਨੇ ਵੀ ਕਿਤੇ ਇੱਧਰ ਹੀ ਆਉਣਾ ਸੀ ਤੇ ਮੇਰੇ ਪਿੱਛੇ ਬੈਠ ਗਈਆਂ। ਪਿਛਲੇ 1 ਘੰਟੇ ਤੋਂ ਇਹਨਾਂ ਨੂੰ ਲੈ ਕੇ ਇੱਧਰ ਉੱਧਰ ਘੁੰਮੀ ਜਾਣਾ ਹੈ, ਅਵਾਰਾਗਰਦੀ ਕਰਦਾ। ਕਿਹੜਾ ਪਿਓ ਵਾਲਾ ਪਲਾਟ ਹੈ ਜਿਹੜਾ ਤੈਨੂੰ ਨਹੀਂ ਲੱਭਿਆ ਹੁਣ ਤੱਕ? ਸੁਣ ਕੇ ਮੈਂ ਠੰਬਰ ਗਿਆ ਸਾਂ। ਮੈਨੂੰ ਅੱਗਿਓਂ ਕੋਈ ਜਵਾਬ ਨਹੀਂ ਸੀ ਔੜਿਆ। ਤੁਹਾਨੂੰ ਉਸ ਦਿਨ ਨਹੀਂ ਸੀ ਲੱਗੀ? ਫੇਰ ਨਿਕਲ ਤੁਰੀਆਂ ਜੇ। ਸਾਡੇ ਤੋਂ ਥੋੜਾ ਹਟਵਾਂ ਖਲੋਤੀਆਂ ਨੂੰ ਦੋਹਾਂ ਔਰਤਾਂ ਵੱਲ ਵੇਖਦਿਆਂ ਪਹਿਲੇ ਨੇ ਉਹਨਾਂ ਨੂੰ ਵੀ ਦਬਕਾ ਮਾਰਿਆ ਸੀ। ਭਾਜੀ, ਖਰਚੇ ਵਰਚੇ ਦੀ ਤੰਗੀ ਕਰਕੇ ਹੀ ਆਉਣਾ ਪੈਂਦਾ, ਉਂਝ ਕਿਹਦਾ ਜੀ ਕਰਦਾ ਇੰਜ ਧੱਕੇ ਖਾਣ ਨੂੰ। ਮੈਂ ਵੇਖਿਆ ਉਹਨੇ ਦੇ ਚਿਹਰੇ ਤੇ ਕੋਈ ਬਹੁਤਾ ਡਰ ਖੌਫ ਨਹੀਂ ਸੀ ਤੇ ਲੱਗਦਾ ਸੀ ਜਿਵੇਂ ਉਹ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਪਛਾਣਦੇ ਹੋਣ। ਕਿਤੇ SHO ਸਾਹਿਬ ਨੇ ਦੁਬਾਰਾ ਵੇਖ ਲਿਆ ਤਾਂ ਤੁਹਾਤੋਂ ਜ਼ਮਾਨਤ ਨਹੀਂ ਹੋਣੀ ਇਸ ਵਾਰ। ਵਗ ਜਾਓ ਇੱਥੋਂ ਭਲੀਆਂ ਮਾਨਸ ਬਣ ਕੇ। ਪੁਲਿਸ ਵਾਲਿਆਂ ਦਾ ਝੂਠਾ ਜਿਹਾ ਦਬਕਾ ਸੁਣ ਕੇ ਉਹ ਖਾਲੀ ਪਲਾਟਾਂ ਵਿੱਚੋਂ ਦੀ ਉੱਗੇ ਕੱਖ ਕਾਂ ਦੀ ਪਰਵਾਹ ਕੀਤੇ ਬਗੈਰ ਤਿੱਤਰ ਹੋ ਗਈਆਂ ਸਨ। ਮੈਂ ਧੌਣ ਸੁੱਟੀ ਆਪਣੇ ਬਾਰੇ ਸੋਚ ਰਿਹਾ ਸਾਂ। ਸ਼ਰਮਿੰਦਗੀ ਤੇ ਨਮੋਸ਼ੀ ਕਰਕੇ ਮੇਰੇ 'ਚ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਸੀ ਬਚੀ। ਪਸੀਨੇ ਦੀਆਂ ਘਰਾਲਾਂ ਵਗ ਕੇ ਫਿਕਸੋ ਲੱਗੀ ਦਾੜੀ ਦੇ ਵਾਲ ਵੀ ਚਿਪਚਿਪੇ ਜਿਹੇ ਹੋ ਕੇ ਖਿੰਡਰ ਪੁੰਡਰ ਗਏ ਸਨ। ਗੁਰਬਾਜ਼, ਜ਼ਰਾ ਲੈ ਖਾਂ ਗਿਆਨੀ ਦੀ ਤਲਾਸ਼ੀ। ਇਹੋ ਜਿਹੇ ਪੁੜੀਆਂ ਪੜੀਆਂ ਦੇ ਨਾਲ ਮੌਜ ਮਸਤੀ ਵਾਸਤੇ ਹੋਰ ਵੀ ਸਮਾਨ ਜੇਬ 'ਚ ਪਾ ਕੇ ਰੱਖਦੇ ਆ। ਦੂਜਾ ਮੁਲਾਜ਼ਮ ਅੱਗੇ ਹੋ ਕੇ ਮੇਰੀਆਂ ਜੇਬਾਂ ਫਰੋਲਣ ਲੱਗਿਆ ਸੀ। ਮੈਂ ਡਰਦਾ ਮਾਰਾ ਚੁੱਪਚਾਪ ਉਹਦੇ ਸਾਹਮਣੇ ਖੜਾ ਸਾਂ। ਉਹਨੇ ਮੇਰੀ ਉੱਪਰਲੀ ਜੇਬ 'ਚੋਂ ਮੋਬਾਈਲ ਕੱਢ ਕੇ ਡਾਇਲ ਕੀਤੇ ਨੰਬਰਾਂ ਵਾਲੀ ਸੂਚੀ ਫਰੋਲਦਿਆਂ ਪੁੱਛਿਆ, ਆਹ ਜੁਗਰਾਜ ਕੌਣ ਹੈ? ਬੜੀ ਵਾਰੀ ਫੋਨ ਕੀਤਾ ਹੀ ਇਹਨੂੰ। ਮੇਰੇ ਤੋਂ ਕੰਬਦੀ ਜੀ ਆਵਾਜ਼ 'ਚ ਕਹਿ ਹੋਇਆ, ਜੀ ਜਨਾਬ, ਲੜਕਾ ਮੇਰਾ ਕਾਲਜ ਪੜ੍ਹਦਾ ਹੈ, ਪਹਿਲੇ ਸਾਲ। ਮੇਰੇ ਮੂੰਹੋਂ ਸੁਣਦੇ ਸਾਰ ਉਹਦੇ ਚਿਹਰੇ ਤੇ ਖਚਰੀ ਜੀ ਰਵਾਨੀ ਪਸਰ ਗਈ ਸੀ। ਮੇਰੀ ਗੱਲ ਨੂੰ ਅੱਧ 'ਚੋਂ ਹੀ ਬੋਚ ਲਿਆ ਸੀ ਉਹਨੇ ਤੇ ਕਿਹਾ, ਅੱਛਾ ਫਿਰ ਕਰਕੇ ਫੋਨ ਮੁੰਡੇ ਨੂੰ ਦੱਸੀਏ ਪਿਓ ਦੀਆਂ ਕਾਰਸਤਾਨੀਆਂ। ਇੱਥੇ ਬੁਲਾ ਲੈਂਦੇ ਆ ਉਹਨੂੰ ਵੀ, ਜ਼ਰਾ ਭਾਪੇ ਦੇ ਲਾਈਵ ਸ਼ੋਅ ਦਾ ਨਜ਼ਾਰਾ ਵੇਖ ਲਏ ਉਹ ਵੀ। ਤੇ ਨਾਲ ਹੀ ਉਹਨੇ ਆਪਣੇ ਅੰਗੂਠੇ ਦਾ ਪੋਟਾ ਡਾਇਲ ਕਰਨ ਵਾਲੇ ਨੰਬਰ ਤੇ ਰੱਖ ਦਿੱਤਾ ਸੀ, ਜਿਹਨੂੰ ਵੇਖਦਿਆਂ ਤਰਾਹ ਨਿਕਲ ਗਿਆ ਸੀ ਮੇਰਾ ਤੇ ਸਾਹ ਤਾਂ ਦਾ ਤਾਂ ਰਹਿ ਗਿਆ ਸੀ। ਮੈਨੂੰ ਲੱਗਿਆ ਜਿਵੇਂ ਉਹਨੇ ਅੰਗੂਠਾ ਕਿਸੇ ਬਟਨ ਤੇ ਨਹੀਂ ਬਲਕਿ ਮੇਰੀ ਸੰਘੀ 'ਚ ਰੱਖ ਦਿੱਤਾ ਹੋਵੇ ਤੇ ਮੈਂ ਕਿਸੇ ਜਿਬਾ ਹੋ ਰਹੇ ਜਾਨਵਰ ਵਾਂਗ ਆਪਣੀ ਜਾਨ ਬਖਸ਼ੀ ਲਈ ਹੱਥ ਪੈਰ ਮਾਰਦਿਆਂ ਹਾੜੇ ਕੱਢ ਰਿਹਾ ਸੀ। ਨਾ ਜਨਾਬ ਜੀ, ਇੰਜ ਨਾ ਕਰਿਓ, ਕਿਤੇ ਘਰ ਬਾਹਰ ਮਿੱਟੀ ਪਲੀਤ ਹੋ ਜਾਏਗੀ ਮੇਰੀ। ਐਵੇਂ ਮੱਤ ਤੇ ਪਰਦਾ ਪੈ ਗਿਆ ਸੀ। ਮੈਂ ਨਾ ਉਹਨਾਂ ਦੇ ਗੋਡਿਆਂ ਤੇ ਝੁਕਦਿਆਂ ਲਿਲਕੜੀਆਂ ਕੱਢਣ ਲੱਗ ਗਿਆ ਸੀ। ਆਪਣੇ ਤੋਂ ਅੱਧੀ ਉਮਰ ਦੀਆਂ ਇੱਕ ਵੀ ਨਹੀਂ, ਇਕੱਠੀਆਂ 2 ਪਿੱਛੇ ਬਿਠਾਈ ਫਿਰਦਾ।
ਹੁਣ ਰੋਈ ਜਾਣਾ, ਅਜੇ ਤਾਂ ਚੌਂਕੀ ਚੱਲਣਾ ਹੈ, ਅਖਬਾਰਾਂ 'ਚ ਫੋਟੋ ਛਪਣੀ ਹੈ ਕੱਲ ਨੂੰ, ਗਲੀ ਮਹੱਲੇ ਦੇ ਹੋਰ ਰਿਸ਼ਤੇਦਾਰੀ 'ਚ ਵਾਹਵਾ ਹੋਣੀ ਹੈ, ਐਵੇਂ ਪਹਿਲਾਂ ਹੀ ਰੀ ਕਰਨ ਲੱਗਿਆ। ਪੁਲਿਸ ਵਾਲੇ ਨੇ ਭਰਵੱਟੇ ਉੱਪਰ ਥੱਲੇ ਕਰਦਿਆਂ ਇੱਕੋ ਸਾਹੇ ਗਿਆ ਸੀ। ਮੇਰਾ ਦਿਲ ਬਹਿੰਦਾ ਜਾ ਰਿਹਾ ਸੀ ਤੇ ਉਹ ਮੇਰੀ ਇਸ ਹਾਲਤ ਤੇ ਮਜ਼ਾ ਲੈ ਰਹੇ ਸਨ। ਉਹਨਾਂ ਦੇ ਹੱਥ ਮੇਰੀ ਦੁੱਖ ਦੀ ਰਗ ਆ ਗਈ ਸੀ, ਇਸੇ ਲਈ ਮੈਂ ਆਪਣੀ ਬੰਦ ਖਲਾਸੀ ਲਈ ਤਰਲੇ ਤੇ ਹਾੜੇ ਕੱਢ ਰਿਹਾ ਸੀ। ਥੋੜਾ ਅਟਕ ਕੇ ਮੈਂ ਕੰਬਦੇ ਹੱਥਾਂ ਨਾਲ ਪਰਸ ਖੋਲਿਆ ਸੀ, ਬਿਜਲੀ ਦਾ ਬਿੱਲ ਭਰਨ ਲਈ ਰੱਖਿਆ। 4,500 ਰੁਪਇਆ ਕਈ ਤਰ੍ਹਾਂ ਦੇ ਝੂਠੇ ਸੱਚੇ ਟਸ਼ਨ ਕਰਦਿਆਂ ਦੀ ਜੇਬ 'ਚ ਪਾਇਆ ਸੀ। ਜੇਬ ਗਰਮ ਕਰਕੇ ਵੀ ਉਹਨਾਂ ਪਿਓ ਦੇ ਪੁੱਤਰਾਂ ਗੱਲਾਂ 'ਚ ਮੇਰੀ ਹਰ ਤਰ੍ਹਾਂ ਦੀ ਕੁੱਤੇ ਖਾਣੀ ਕਰਨ 'ਚ ਕੋਈ ਕਸਰ ਨਹੀਂ ਸੀ ਛੱਡੀ ਤੇ ਭੱਜ ਜਾਣ ਲਈ ਦਬਕਾ ਵੀ ਮਾਰਿਆ ਸੀ। ਮੈਂ ਵੀ ਉਹਨੀ ਪੈਰੀ ਮੋਟਰਸਾਈਕਲ ਮੋੜਦਿਆਂ ਮੁੜ ਪਿਛਾਂ ਭੌਂ ਕੇ ਨਹੀਂ ਸੀ ਵੇਖਿਆ। ਆਪਣੇ ਵੱਲੋਂ ਤਾਂ ਹੁਣ ਵੀ ਇਹ ਪਿਛਾਂ ਭੌਂ ਕੇ ਵੇਖਣ ਵਾਲਾ ਕਦਮ ਕੋਈ ਕਾਲ 'ਚ ਨਹੀਂ ਪੁੱਟਿਆ, ਜਿਹਦੇ ਕਰਕੇ ਇਹਨਾਂ ਨਿਆਣਿਆਂ ਘਰ 'ਚ ਕਲੇਸ਼ਖਾਨਾ ਖੜਾ ਕੀਤਾ। ਗੁਰਮੀਤ ਮੇਰੇ ਦੋਸਤ ਦੀ ਨੇੜਲੇ ਰਿਸ਼ਤੇਦਾਰੀ 'ਚੋਂ ਹੈ। ਆਪਣੀ ਵਿਆਹੁਤਾ ਜ਼ਿੰਦਗੀ ਹੱਥੋਂ ਬੁਰੀ ਤਰ੍ਹਾਂ ਝੰਬੀ ਹੋਈ, ਅਦਾਲਤੀ ਫੈਸਲਿਆਂ ਨੂੰ ਉਡੀਕਦੀ ਕਾਲਿਓਂ ਚਿੱਟੀ ਹੋ ਗਈ ਸੀ, ਪਰ ਘਰ ਵਾਲੀ ਨਾ ਬਣ ਸਕੀ। ਬੱਚਾ ਵੀ ਦੱਸਦੀ ਸੀ ਆਪਣਾ ਇੱਕ, ਉਹ ਵੀ ਕਾਨੂੰਨੀ ਚਾਰਾ ਜੋਈ 'ਚ ਅਗਲੇ ਲੈ ਗਏ ਸਨ ਤੇ ਕਈ ਵਰੇ ਬਜ਼ੁਰਗ ਮਾਂ ਨਾਲ ਰਹਿੰਦੀ ਰਹੀ ਸੀ। ਉਹ ਵੀ ਪਿਛਲੇ ਵਰੇ ਰੱਬ ਨੂੰ ਪਿਆਰੀ ਹੋ ਗਈ ਸੀ। ਹਟਵੇਂ ਰਹਿੰਦੇ ਭਰਾ ਭਰਜਾਈ ਪਹਿਲਾਂ ਹੀ ਉਹ ਤੋਂ ਕੰਨੀ ਕਤਰਾਉਂਦੇ ਸੀ, ਹੁਣ ਤਾਂ ਮੇਰੇ ਵਾਂਗ ਹੀ ਇਕੱਲਤਾ ਦੀ ਮਾਰੀ ਆਸਰਾ ਭਾਲਦੀ ਸੀ। ਇਸ ਆਸ ਵਾਸਤੇ ਹਰ ਤਰ੍ਹਾਂ ਦੀ ਸੋਚ ਵਿਚਾਰ ਤੋਂ ਬਾਅਦ ਲਿਆ ਇਹ ਫੈਸਲਾ ਮੈਂ ਇਹਨਾਂ ਨਿਆਣਿਆਂ ਨੂੰ ਦੱਸ ਬੈਠਾ ਸੀ। ਇਹਨਾਂ ਸੁਣਦਿਆਂ ਸਾਰ ਅਸਮਾਨ ਸਿਰ ਤੇ ਚੁੱਕ ਲਿਆ ਸੀ। ਕਿਸੇ ਨੂੰ ਵੀ ਦੱਸਣ 'ਚ ਰਤੀ ਭਰ ਝਿਜਕਦੇ ਨਹੀਂ। ਅਖੇ ਸਮਝਾਇਓ ਡੈਡੀ ਨੂੰ, ਇਸ ਉਮਰੇ ਲਾੜਾ ਬਣ ਕੇ ਵਿਆਹ ਕਰਾਉਣ ਨੂੰ ਫਿਰਦੇ ਆ, ਸਾਨੂੰ ਲੋਕ ਟਿਚਰਾਂ ਕਰਨਗੇ ਬਾਹਰ। ਤੇ ਮੈਂ 20 ਵਾਰੀ ਕਹਿ ਬੈਠਾ ਉਸ ਦਿਨ ਦਾ ਵੀ ਕਾਕਾ ਠੰਡ ਰੱਖੋ, ਐਵੇਂ ਕੱਪੜਿਆਂ 'ਚੋਂ ਬਾਹਰ ਨਹੀਂ ਹੋਈਦਾ, ਪਰ ਕਿੱਥੇ ਅਸਰ ਹੁੰਦਾ ਮੇਰੀਆਂ ਕਈਆਂ ਗੱਲਾਂ ਦਾ। ਉਸ ਦਿਨ ਮੁੰਡੇ ਨੂੰ ਥੋੜਾ ਵੱਖਰਾ ਸਮਝਾਉਂਦਿਆਂ ਕਿਹਾ ਕਿ ਕਾਕਾ, ਜਦੋਂ ਘਰ ਧੀ ਭੈਣ ਜਵਾਨ ਹੋ ਰਹੀ ਹੋਵੇ, ਉਹਦੀਆਂ ਵੱਖਰੀ ਤਰ੍ਹਾਂ ਦੀਆਂ ਲੋੜਾਂ ਤੇ ਮੁਸ਼ਕਲਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸਮਝਣਾ ਤੇਰੇ ਮੇਰੇ ਵੱਸ 'ਚ ਨਹੀਂ ਹੈ। ਅੱਗੇ ਉਹ ਬਣਾ ਸਵਾਰ ਕੇ ਕਹਿੰਦਾ, ਡੈਡ, ਸਿਮਰਨ ਦੇ ਬਹਾਨੇ ਐਵੇਂ ਹੋਰ ਢੁੱਚਰ ਨਾ ਖੜੇ ਕਰੋ, ਉਹਦੀ ਕੋਈ ਗੋਦੀ ਖੇਡਣ ਦੀ ਉਮਰ ਨਹੀਂ ਹੈ ਹੁਣ, ਪੂਰਾ ਘਰ ਸੰਭਾਲਦੀ ਹੈ, ਹੁਣ ਵੱਡੀ ਜਮਾਤ 'ਚ ਪੜ੍ਹਦੀ ਹੈ ਅਗਲੀ। ਜੁਗਰਾਜ ਦੇ ਮੂੰਹੋਂ ਸੁਣ ਕੇ ਮੈਂ ਬੇਸ਼ੱਕ ਚੁੱਪ ਹੋ ਗਿਆ ਸੀ, ਪਰ ਅੱਜ ਵੀ ਜਦੋਂ ਮੈਨੂੰ ਡਾਕਟਰ ਸ਼ਰਮੇ ਦੀ ਕਈ ਗੱਲ ਚੇਤੇ ਆਉਂਦੀ ਹੈ ਤਾਂ ਕੱਚਾ ਜਿਹਾ ਹੋ ਜਾਂਦਾ। ਉਦੋਂ ਮੈਨੂੰ ਸਿਮਰਨ ਕੁਝ ਦਿਨਾਂ ਤੋਂ ਅਨਮਨੀ ਜੀ ਲੱਗ ਰਹੀ ਸੀ, ਇਸੇ ਲਈ ਮੈਂ ਉਹਨੂੰ ਡਾਕਟਰ ਕੋਲ ਲੈ ਗਿਆ ਸੀ। ਡਾਕਟਰ ਨੇ ਨਿੱਕੀ ਮੋਟੀ ਜਾਂਚ ਕਰਨ ਤੋਂ ਬਾਅਦ ਪੂਰੇ ਹੱਥ 'ਚ ਸਲਿੱਪ ਦਿੰਦਿਆਂ ਨੇੜਲੇ ਮੈਡੀਕਲ ਸਟੋਰ ਤੋਂ ਕੋਈ ਦਵਾਈ ਲਿਆਉਣ ਨੂੰ ਕਿਹਾ ਸੀ। ਸਟੋਰ ਤੋਂ ਖਰੀਦੀ ਦਵਾਈ ਜਦ ਮੈਂ ਚੈੱਕ ਕਰਵਾਉਣ ਲਈ ਵਾਪਸ ਕੈਬਿਨ ਅੰਦਰ ਆਇਆ ਤਾਂ ਉਦੋਂ ਤੱਕ ਇੱਕ ਹੋਰ ਬਜ਼ੁਰਗ ਔਰਤ ਵੀ ਡਾਕਟਰ ਲਾਗੇ ਆਣ ਬੈਠੀ ਸੀ। ਡਾਕਟਰ ਨੇ ਮੇਰੇ ਹੱਥੋਂ ਦਵਾਈ ਫੜਦਿਆਂ ਮੇਰੀ ਨਿਗਾਹ ਨਾਲ ਨਿਗਾਹ ਮਿਲਾ ਕੇ ਬੜੀ ਸਹਿਜਤਾ ਨਾਲ ਕਿਹਾ ਕਿ ਸਰਦਾਰ ਸਾਹਿਬ, ਚਿੰਤਾ ਵਰਗੀ ਕੋਈ ਗੱਲ ਨਹੀਂ, ਦੱਸਿਆ ਮੈਨੂੰ ਬੇਟੀ ਨੇ, ਦਰਅਸਲ ਡੇਟ ਆ ਰਹੀ ਹੈ ਇਹਨੂੰ ਤੇ ਇਹਨਾਂ ਦਿਨਾਂ ਵਿੱਚ ਔਰਤ ਦੇ ਸਰੀਰ 'ਚ ਨਿੱਕੀ ਮੋਟੀ ਢਿੱਲ ਮੱਠ ਆਈ ਜਾਂਦੀ ਹੈ। ਬੇਸ਼ੱਕ ਡਾਕਟਰ ਵਾਸਤੇ ਇਹ ਗੱਲ ਆਮ ਜੀ ਹੋਏਗੀ, ਪਰ ਮੈਂ ਉੱਥੇ ਖੜਾ ਸ਼ਰਮਿੰਦਗੀ ਦੇ ਮਣਾ ਮੂੰਹ ਭਾਰ ਹੇਠ ਨੱਪਿਆ ਗਿਆ ਸੀ। ਸਿਮਰਨ ਵੀ ਅੱਖਾਂ ਝੁਕਾ ਕੇ ਹੇਠਾਂ ਨੂੰ ਵੇਖਣ ਲੱਗੀ ਸੀ। ਕੈਬਿਨ ਅੰਦਰ ਸਿਮਰਨ ਦੇ ਕੋਲ ਬੈਠੀ ਉਸ ਬਜ਼ੁਰਗ ਔਰਤ ਨੇ ਨਿਗਾਹ ਭਰ ਕੇ ਮੇਰੇ ਚਿਹਰੇ ਵੱਲ ਵੇਖਿਆ, ਜਿਵੇਂ ਕੁਝ ਪੜ੍ਹ ਰਹੀ ਹੋਵੇ, ਤੇ ਫਿਰ ਸਿਮਰਨ ਦੀ ਪਿੱਠ ਤੇ ਹੱਥ ਰੱਖਦਿਆਂ ਹੌਲੀ ਜੀ ਬੋਲੀ ਸੀ, ਗੁੱਡੀ, ਇਹੋ ਜਿਹੇ ਵੇਲੇ 'ਚ ਮੰਮੀ ਨਾਲ ਆਈਦਾ ਹੁੰਦਾ। ਤੇ ਉਹਦੇ ਮੂੰਹੋਂ ਮੰਮੀ ਦਾ ਨਾਮ ਸੁਣਦਿਆਂ ਹੀ ਸਾਡੇ ਦੋਵਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਰੇਖਾਵਾਂ ਹੋਰ ਗੂੜੀਆਂ ਹੋ ਗਈਆਂ ਸਨ। ਇਸ ਲਈ ਮੈਂ ਗੁਰਮੀਤ ਵਾਲਾ ਫੈਸਲਾ ਲਿਆ ਸੀ, ਪਰ ਇਹ ਦੋਵੇਂ ਮੇਰੇ ਤੇ ਗੁਰਮੀਤ ਵਿਚਾਲੇ ਕੰਧ ਬਣ ਕੇ ਆ ਖਲੋਤੇ ਸਨ। ਇਸ ਮਾਮਲੇ 'ਚ ਮੈਂ ਵੀ ਹਾਰ ਮੰਨਣ ਵਾਲਾ ਨਹੀਂ ਸੀ, ਇਸੇ ਲਈ ਮੈਂ ਉਸ ਦਿਨ ਇੱਕ ਹੋਰ ਪੈਂਤੜਾ ਬਦਲਦਿਆਂ ਇੱਕ ਹੰਬਲਾ ਹੋਰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਰਾਤ ਦੀ ਰੋਟੀ ਖਾਂਦੇ ਮੁੰਡੇ ਨੂੰ ਮੈਂ ਗੱਲਾਂ 'ਚ ਟੁੰਬਿਆ ਸੀ ਕਿ ਕਾਕਾ, ਮੇਰੀ ਗੱਲ ਜ਼ਰਾ ਠੰਡੇ ਮਨ ਨਾਲ ਸੋਚੀ ਤੇ ਵਿਚਾਰ ਕਰੀ ਇਹਦੇ ਤੇ। ਸਾਰਾ ਦਿਨ ਤੈਨੂੰ ਵੀ ਮੇਰੇ ਵਾਂਗ 1000 ਕੰਮ ਰਹਿੰਦੇ ਹੈ, ਪਹਿਲਾਂ ਕਾਲਜ ਜਾਣਾ, ਫਿਰ ਟਿਊਸ਼ਨ ਤੇ ਘਰ ਦੇ ਹੋਰ ਨਿੱਕੇ ਮੋਟੇ ਕੰਮਕਾਰ। ਮੇਰਾ ਧਿਆਨ ਸਾਰਾ ਦਿਨ ਘਰ 'ਚ ਰਹਿੰਦਾ ਹੈ। ਸਿਮਰਨ ਘਰ 'ਚ ਇਕੱਲੀ ਜੋ ਹੋਈ। ਜ਼ਮਾਨਾ ਕਿਹੜਾ ਜਾ ਰਿਹਾ, ਤੂੰ ਆਪ ਸਿਆਣਾ ਹੈ, ਮੇਰੀ ਕਹੀ ਗੱਲ ਤੇ ਗੌਰ ਕਰੀ, ਕਹਿ ਕੇ ਮੈਂ ਥੋੜੇ ਸਮੇਂ ਲਈ ਚੁੱਪ ਹੋ ਗਿਆ ਸੀ। ਇਸ ਵੇਲੇ ਜੁਗਰਾਜ ਨੇ ਤੁਰੰਤ ਅੱਗਿਓਂ ਕੋਈ ਜਵਾਬ ਨਹੀਂ ਸੀ ਦਿੱਤਾ, ਚੁੱਪਚਾਪ ਸੁਣਦਾ ਰਿਹਾ ਸੀ ਤੇ ਖਾਲੀ ਝਾਕਦਾ ਰਿਹਾ ਸੀ। ਉਹਦੇ ਚਿਹਰੇ ਦੇ ਬਦਲਦੇ ਹਾਵ ਭਾਵ ਤੋਂ ਉਹਦੀ ਅੰਦਰਲੀ ਹਿਲਜੁਲ ਦਾ ਬੇਸ਼ੱਕ ਪੱਕੇ ਤੌਰ ਤੇ ਤਾਂ ਕੋਈ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ, ਫਿਰ ਵੀ ਮੇਰੀ ਕਹੀ ਗੱਲ ਦਾ ਅਸਰ ਕਬੂਲਿਆ ਲੱਗਦਾ ਸੀ ਉਹਨੇ। ਤਾਂ ਹੀ 2-4 ਦਿਨ ਉਹ ਚੁੱਪ ਵੀ ਰਿਹਾ ਤੇ ਸਹਿਜ ਵੀ, ਜਿਵੇਂ ਇਸ ਮਸਲੇ ਤੇ ਉਹਦੀ ਕੋਈ ਰਾਏ ਬਣ ਰਹੀ ਹੋਵੇ। ਉਹਦੀ ਸਹਿਜਤਾ ਮੇਰੇ ਸੀਨੇ ਠੰਡ ਪਾਉਣ ਵਾਂਗ ਸੀ। ਮੇਰੇ ਤੇ ਗੁਰਮੀਤ ਵਿਚਲੀ ਦੂਰੀ ਘੱਟ ਹੋਰ ਹੀ ਲੱਗਦੀ ਸੀ। ਮਨ ਹੀ ਮਨ 'ਚ ਮੈਨੂੰ ਉਦਾਸੀ ਦੇ
ਝੰਬੇ ਇਸ ਘਰ 'ਚ ਗੁਰਮੀਤ ਦੀ ਸੋਲ ਜੀ ਪੈੜ ਚਾਲ ਸੁਣਾਈ ਦੇਣ ਲੱਗੀ ਸੀ। ਆਪਣੇ ਮਨ ਦੇ ਹਨੇਰੇ ਖੂੰਜੇ ਮੁੜ ਜਗਣ ਦੀ ਚਾਹਤ 'ਚ ਮੈਂ ਆਪਣੇ ਆਪ ਹੀ ਕਈ ਪ੍ਰੋਗਰਾਮ ਵੀ ਉਲੀਕ ਲਏ ਸਨ। ਮੈਨੂੰ ਪਤਾ ਸੀ ਕਿ ਗੁਰਮੀਤ ਦੇ ਆਉਣ ਨਾਲ ਇਹ ਦੋਵੇਂ ਪਰਚ ਜਾਣਗੇ। ਘਰ ਦੇ ਨਾਲ ਨਾਲ ਮੇਰੀ ਆਪਣੀ ਰੋਲ ਘਚੋਲਾ ਹੋਈ ਜ਼ਿੰਦਗੀ ਮੁੜ ਥਾਂ ਸਿਰ ਹੁੰਦੀ ਲੱਗ ਰਹੀ ਸੀ। ਉਸ ਦਿਨ ਮੈਂ ਪਿਛਲੇ ਕਈ ਚਿਰ ਤੋਂ ਖਰੀਦ ਕੇ ਰੱਖੀ ਗੁਲਾਨਾਰੀ ਪੱਗ ਦੀ ਇੱਕ ਕੰਨੀ ਮੁੰਡੇ ਨੂੰ ਫੜਾ ਕੇ ਪੂਣੀ ਕੀਤੀ ਸੀ ਤੇ ਫਿਰ ਸ਼ੀਸ਼ੇ ਸਾਹਮਣੇ ਖਲੋ ਕੇ ਕੱਲਾ ਕੱਲਾ ਪੇਚ ਸਵਾਰ ਕੇ ਬੰਨੀ ਸੀ। ਹੋਰ ਵੀ ਨਿੱਕੀ ਮੋਟੀ ਤਿਆਰੀ 'ਚ ਮੈਂ ਕਿਸੇ ਕਿਸਮ ਦੀ ਢਿੱਲ ਨਹੀਂ ਸੀ ਰਹਿਣ ਦੇਣੀ ਚਾਹੁੰਦਾ। ਘਰ 'ਚ ਆ ਰਹੇ ਨਾ ਸੁਹਾਵਣੇ ਪਲਾਂ ਨੂੰ ਮੈਂ ਨਿਆਣਿਆਂ ਸਣੇ ਰੱਜ ਕੇ ਮਾਣਨਾ ਚਾਹੁੰਦਾ ਸੀ। ਜਿਸ ਦਿਨ ਦਾ ਮੈਂ ਸਿਮਰਨ ਵਾਲੇ ਪੈਂਤੜੇ ਨਾਲ ਜੁਗਰਾਜ ਦੇ ਭਰਾ ਪੁਣੇ ਨੂੰ ਟੁੰਬਿਆ ਸੀ, ਉਸੇ ਦਿਨ ਤੋਂ ਗੰਭੀਰਤਾ ਵਿਖਾ ਰਿਹਾ ਸੀ। ਘਰ 'ਚ ਰਹਿੰਦੇ ਇਸ ਕਲੇਸ਼ ਖਾਨੇ ਤੋਂ ਉਹ ਵੀ ਅੱਕ ਗਿਆ ਲੱਗਦਾ ਸੀ। ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਠੋਸ ਨਤੀਜੇ ਤੇ ਜਾ ਪਹੁੰਚਿਆ ਹੋਵੇ। ਇਸੇ ਲਈ ਮੇਰੇ ਵਾਂਗ ਉਹਦੇ ਚਿਹਰੇ ਤੇ ਵੀ ਰੌਣਕ ਪਰਤ ਆਈ ਸੀ। ਉਹ ਇੱਧਰ ਉੱਧਰ ਟਹਿਲਦਾ ਹਲਕਾ ਗੁਣਗੁਣਾਉਂਦਾ ਰਹਿੰਦਾ ਸੀ। ਉਹਦਾ ਇਸ ਤਰ੍ਹਾਂ ਖੁਸ਼ੀ ਦੇ ਰੌਣ 'ਚ ਟਹਿਕਣਾ ਮੈਨੂੰ ਘਰ 'ਚ ਉਤਰਨ ਵਾਲੀ ਨਵੀਂ ਬਸੰਤ ਰੁੱਤ ਦੇ ਸੰਕੇਤ ਵਾਂਗ ਲੱਗ ਰਿਹਾ ਸੀ। ਇਸੇ ਲਈ ਮੈਂ ਵੇਲੇ ਸਿਰ ਹੀ ਫੋਨ ਤੇ ਗੁਰਮੀਤ ਨਾਲ ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਉਸ ਨਾਲ ਕੰਪਨੀ ਬਾਗ 'ਚ ਮਿਲਣ ਦਾ ਸਮਾਂ ਵੀ ਤੈਅ ਕਰ ਲਿਆ ਸੀ, ਤਾਂ ਜੋ ਅਗਲੇਰੇ ਪ੍ਰੋਗਰਾਮਾਂ ਬਾਰੇ ਉਸ ਨਾਲ ਬੈਠ ਕੇ ਵਿਸਥਾਰ 'ਚ ਚਰਚਾ ਕੀਤੀ ਜਾ ਸਕੇ। ਮੈਂ ਕਾਹਲੀ ਨਾਲ ਖਾਣੇ ਦਾ ਕੰਮ ਨਿਬੇੜਿਆ ਸੀ। ਕੱਪੜਾ ਲੱਤਾ ਬਦਲਣ ਤੋਂ ਬਾਅਦ ਮੈਂ ਖੁਸ਼ਕ ਤੇ ਬੇਢੱਬੀ ਹੋਈ ਜੁੱਤੀ ਨੂੰ ਚੰਗੀ ਤਰ੍ਹਾਂ ਝਾੜਿਆ ਪੂੰਝਿਆ ਸੀ ਤੇ ਹੱਥੀ ਪਾਲਿਸ਼ ਮਾਰ ਕੇ ਮੁੜ ਲਿਸ਼ਕਾ ਲਿਆ ਸੀ। ਤੁਰਦੇ ਵੇਲੇ ਸ਼ੀਸ਼ੇ ਵਿੱਚ ਦੀ ਆਪਣੇ ਆਪ ਨੂੰ ਦੁਬਾਰਾ ਨਿਗਾਹ ਭਰ ਨਿਹਾਰਿਆ ਸੀ। ਪਤਾ ਨਹੀਂ ਨਵੀਂ ਪੱਗ ਦੇ ਉਗੜਵੇਂ ਰੰਗ ਕਰਕੇ ਜਾਂ ਕਿਸੇ ਹੋਰ ਚਾਅ 'ਚ ਨਿਖਰਿਆ ਚਿਹਰਾ ਨਿਖਰਿਆ ਤੇ ਤਾਜ਼ਾ ਲੱਗ ਰਿਹਾ ਸੀ। ਕਮਰੇ ਅੰਦਰ ਦਾਖਲ ਹੋਏ ਮੁੰਡੇ ਦੇ ਪੈਰਾਂ ਦੀ ਹਲਕੀ ਆਹਟ ਸੁਣਦਿਆਂ ਮੈਂ ਪੱਗ ਦੇ ਆਖਰੀ ਲੜ ਦੀ ਬਣਾਈ ਮੋਰਨੀ ਨੂੰ ਚੁੰਝ ਲਾਗਿਓਂ ਫੜ ਕੇ ਸੈੱਟ ਕਰਨ ਲੱਗਿਆ ਸਾਂ। ਮੁੰਡਾ ਹੌਲੀ ਪੈਰ ਪੁੱਟਦਾ ਮੇਰੇ ਬਰਾਬਰ ਆ ਖਲੋਤਾ ਸੀ। ਨਿੰਮਾ ਮੁਸਕੜੀਆਂ 'ਚ ਹੱਸਦਾ ਸ਼ੀਸ਼ੇ ਵਿੱਚ ਦੀ ਮੈਂ ਚੋਰ ਨਜ਼ਰੇ ਉਹਨੂੰ ਜਾਂਚ ਲਿਆ ਸੀ। ਮੈਨੂੰ ਪਤਾ ਸੀ ਇਹ ਕੁਝ ਕਹਿਣ ਲਈ ਆਇਆ, ਪਰ ਪਹਿਲਾਂ ਦੀ ਤਰ੍ਹਾਂ ਮਿਹਣੇ ਮਾਰਨ ਵਾਂਗ ਨਹੀਂ, ਖੁਸ਼ੀ ਦੇ ਰੌਣ 'ਚ ਹੈ। ਇਹਦੇ ਇਦਾਂ ਦੇ ਮੂਡ 'ਚ ਹੀ ਲਾਗੇ ਆਉਣ ਦੀ ਉਡੀਕ ਰਹੀ ਹੈ ਮੈਨੂੰ, ਪਰ ਮੈਂ ਆਪਣੇ ਵੱਲੋਂ ਕੋਈ ਕਾਹਲੀ ਨਹੀਂ ਸੀ ਵਿਖਾਉਣੀ ਚਾਹੁੰਦਾ। ਇਸੇ ਲਈ ਮੈਂ ਚੁੱਪ ਰਿਹਾ ਸੀ, ਜਾਣਬੁੱਝ ਕੇ ਉਹਦੇ ਵੱਲ ਤਵੱਜੋ ਨਹੀਂ ਸੀ ਦੇ ਰਿਹਾ। ਮੈਨੂੰ ਪਤਾ ਸੀ ਇਹਦੀ ਉਮਰ ਆਪਣੇ ਅੰਦਰਲੀ ਗੱਲ ਨੂੰ ਜ਼ਿਆਦਾ ਦੇਰ ਦੱਬ ਕੇ ਰੱਖਣ ਦੀ ਨਹੀਂ ਹੈ। ਆਪਣੀ ਰਾਏ ਜਿਹੜੀ ਵੀ ਇਹਨੇ ਪਿਛਲੇ ਕਈ ਦਿਨਾਂ ਤੋਂ ਹੁਣ ਤੱਕ ਤਿਆਰ ਕੀਤੀ ਹੈ ਦੱਸੇਗਾ ਖੁਸ਼ੀ ਜਿਸ ਨੂੰ ਸੁਣਨ ਵਾਸਤੇ ਮੈਂ ਵੀ ਓਨਾ ਹੀ ਉਤਾਵਲਾ ਸਾਂ, ਪਰ ਮੈਂ ਇਹਦੇ ਵਾਂਗ ਆਪਣੀ ਕਾਹਲ ਦਾ ਪ੍ਰਗਟਾਵਾ ਨਹੀਂ ਸੀ ਕਰ ਰਿਹਾ। ਮੁੰਡੇ ਨੇ ਗੱਲ ਕਰਨ ਲਈ ਥੋੜਾ ਜਿਹਾ ਮੂੰਹ ਮੇਰੇ ਵੱਲ ਭੁਆ ਲਿਆ ਸੀ। ਮੈਂ ਵੀ ਆਪਣੀ ਨਜ਼ਰ ਸ਼ੀਸ਼ੇ ਤੋਂ ਸਰਕਾ ਉਹਦੀਆਂ ਦੋਹਾਂ ਅੱਖਾਂ ਤੇ ਟਿਕਾ ਲਈ ਸੀ। ਉਹਦੇ ਮੂੰਹੋਂ ਨਿਕਲਦੇ ਬੋਲ ਸੁਣਨ ਲਈ ਮੈਂ ਆਪਣੇ ਆਪ ਨੂੰ ਇਕਾਗਰ ਕਰ ਲਿਆ ਸੀ। ਉਹਨੇ ਧੀਮੀ ਆਵਾਜ਼ 'ਚ ਬੋਲਣਾ ਸ਼ੁਰੂ ਕੀਤਾ, ਪਾਪਾ ਤੁਸੀਂ ਠੀਕ ਕਿਹਾ ਸੀ ਉਸ ਦਿਨ, ਸਿਮਰਨ ਦਾ ਇਸ ਉਮਰੇ ਇਕੱਲੀ ਰਹਿਣਾ ਠੀਕ ਨਹੀਂ ਤੇ ਉਹਦੀਆਂ ਹੋਰ ਵੀ ਕਈ ਕਿਸਮ ਦੀਆਂ ਲੋੜਾਂ ਤੇ ਮੁਸ਼ਕਲਾਂ ਜਿਨ੍ਹਾਂ ਨੂੰ ਨਾ ਅਸੀਂ ਸਮਝ ਸਕਦੇ ਹਾਂ ਨਾ ਹੀ ਉਹ ਸਾਨੂੰ ਦੱਸ ਹੀ ਸਕਦੀ ਹੈ। ਇਸੇ ਲਈ ਮੈਂ ਪਹਿਲਾਂ ਸਿਮਰਨ ਨਾਲ ਗੱਲ ਕੀਤੀ ਸੀ। ਉਹਦੀ ਵੀ ਸਹਿਮਤੀ ਹੈ ਪੂਰੀ। ਆਪਾਂ ਦੋਹਾਂ ਰਲ ਕੇ ਕਰਨਾਲ ਨਾਨੀ ਨਾਲ ਗੱਲ ਕੀਤੀ ਹੈ। ਉਹ ਥੋੜੀ ਬਹੁਤੀ ਨਾ ਨੁੱਕਰ ਤੋਂ ਬਾਅਦ ਮੰਨ ਗਏ ਹੈ ਤੇ ਅੱਜ ਦੁਪਹਿਰੇ ਸਾਡੇ ਕੋਲ ਆ ਜਾਣਗੇ ਪੱਕੇ ਤੌਰ ਤੇ ਰਹਿਣ ਲਈ। ਜਦੋਂ ਤੱਕ ਅਸੀਂ ਚਾਹਾਂਗੇ ਉਹ ਸਾਡੇ ਕੋਲ ਹੀ ਰਹਿਣਗੇ। ਉਹਨਾਂ ਵਰਗਾ ਸਿਆਣਾ ਤੇ ਆਪਣਾ ਸਾਨੂੰ ਹੋਰ ਕੋਈ ਨਹੀਂ ਲੱਭਣਾ। ਇਸ ਲਈ ਨਾ ਕੋਈ ਹੁਣ ਸਾਨੂੰ ਸਿਮਰਨ ਦੀ ਚਿੰਤਾ ਕਰਨ ਦੀ ਲੋੜ ਹੈ, ਨਾ ਹੀ ਘਰ ਦੀ। ਸਾਰਾ ਕੁਝ ਸੰਭਾਲ ਲੈਣਾ ਉਹਨਾਂ। ਤੁਸੀਂ ਵੀ ਆਪਣੀਆਂ ਉਲੀਕੀਆਂ ਫਾਲਤੂ ਕਿਸਮ ਦੀਆਂ ਯੋਜਨਾਵਾਂ ਤੇ ਫੁੱਲ ਸਟਾਪ ਲਾਓ। ਘਰ ਦੇ ਮਾਹੌਲ ਨੂੰ ਪਹਿਲਾਂ ਵਾਂਗ ਹੀ ਹੋਣ ਦੇਈਏ। ਕਹਿੰਦਿਆਂ ਮੁੰਡਾ ਚੁੱਪ ਹੋ ਗਿਆ। ਮੇਰੇ ਤੇ ਖੜੇ ਖੜੋਤਿਆਂ ਕਿਸੇ ਕਹਿਰ ਦੀ ਬਿਜਲੀ ਆਣ ਪਈ ਸੀ, ਜਿਹਦੇ ਕਰਕੇ ਮੈਂ ਧੁਰ ਅੰਦਰ ਤੀਕ ਸੜ ਕੇ ਸੁਆਹ ਹੋ ਗਿਆ ਸੀ। ਸਾਰੀ ਕੀਤੀ ਕਤਰੀ ਖੂਹ 'ਚ ਪੈ ਗਈ ਸੀ। ਉਹਦੀਆਂ ਕਈਆਂ ਗੱਲਾਂ ਗੋਲੀ ਵਾਂਗ ਮੇਰੇ ਸੀਨੇ 'ਚ ਵੱਜੀਆਂ ਸਨ ਤੇ ਮੈਂ ਛਲਨੀ ਹੋ ਗਿਆ ਸੀ। ਲਾਗੇ ਖੜਾ ਮੁੰਡਾ ਮੈਨੂੰ ਵੱਢ ਖਾਣ ਨੂੰ ਆ ਰਿਹਾ ਸੀ। ਇਹਦੇ ਲਾਗਿਓਂ ਕਿਤੇ ਦੂਰ ਭੱਜ ਜਾਣ ਲਈ ਦਿਲ ਕਾਹਲਾ ਪੈ ਰਿਹਾ ਸੀ। ਇਸੇ ਲਈ ਮੈਂ ਬਿਨਾਂ ਹੂੰ ਹਾਂ ਕੀਤਿਆਂ ਬਾਹਰ ਨਿਕਲ ਆਇਆ ਸੀ। ਗਲੀ ਵਿੱਚੋਂ ਦੀ ਇਸ ਤਰ੍ਹਾਂ ਢਿੱਲੇ ਜਿਹੇ ਪੈਰੀ ਤੁਰਿਆਂ ਜਾਂਦਿਆਂ ਮੈਨੂੰ ਕਈਆਂ ਨੇ ਆਵਾਜ਼ ਮਾਰ ਬੁਲਾਇਆ ਸੀ ਦੁਆ ਸਲਾਮ ਲਈ। ਮੈਂ ਉਹਨਾਂ ਸਾਹਮਣੇ ਆਪਣੇ ਵੱਲੋਂ ਸ਼ਾਂਤੀ ਦਾ ਮੁਜ਼ਾਹਰਾ ਕਰਦਿਆਂ ਫੋਕਾ ਮੁਸਕਰਾਉਣ ਦਾ ਯਤਨ ਕਰ ਰਿਹਾ ਸੀ ਤੇ ਹਲਕਾ ਜਿਹਾ ਸਿਰ ਹਿਲਾ ਕੇ ਕੋਈ ਨਾ ਕੋਈ ਹੁੰਗਾਰਾ ਵੀ ਭਰ ਰਿਹਾ ਸੀ। ਮੈਂ ਚਾਹੁੰਦਾ ਸੀ ਇਹਨਾਂ 'ਚੋਂ ਛੂਟ ਵੱਟ ਕੇ ਨਿਕਲ ਜਾਵਾਂ। ਅੱਜ ਕੋਈ ਮੈਨੂੰ ਬੁਲਾਈ ਚਲਾਏ ਨਾ, ਮੈਨੂੰ ਮੇਰੀ ਇਸ ਹਾਲਤ ਤੇ ਛੱਡ ਦੇਣ ਸਾਰੇ ਦੇ ਸਾਰੇ। ਇਸੇ ਲਈ ਮੈਂ ਗੁਰਮੀਤ ਦਾ 2-3 ਵਾਰੀ ਆਇਆ ਫੋਨ ਵੀ ਅਟੈਂਡ ਨਹੀਂ ਸੀ ਕੀਤਾ। ਮੈਨੂੰ ਪਤਾ ਕੰਪਨੀ ਬਾਗ ਆਈ ਉਡੀਕਦੀ ਹੈ ਮੈਨੂੰ, ਜਿੱਥੇ ਪਹਿਲਾਂ ਵੀ ਕਈ ਵਾਰੀ ਮਿਲਦੇ ਰਹੇ ਹਾਂ।
ਉੱਥੋਂ WhatsApp ਤੇ ਮੈਸੇਜ ਕਰੀ ਜਾ ਰਹੀ ਹੈ ਲਗਾਤਾਰ ਤੇ ਨਾ ਪਹੁੰਚਣ ਦਾ ਕਾਰਨ ਪੁੱਛਦੀ ਹੈ। ਕੀ ਜਵਾਬ ਦੇਵਾਂ ਮੈਂ ਉਹਨੂੰ? ਮੈਂ ਆਪ ਅਜੀਬ ਜਿਹੀਆਂ ਭੁੱਲ ਭੁਲਈਆਂ 'ਚ ਉਲਝ ਕੇ ਰਹਿ ਗਿਆ ਸੀ, ਜਿਸ ਅੰਦਰੋਂ ਬਾਹਰ ਨਿਕਲਣ ਦੇ ਸਾਰੇ ਰਸਤਿਆਂ ਨੂੰ ਜੰਦਰੇ ਵੱਜ ਗਏ ਸਨ ਤੇ ਮੈਂ ਆਪਣੇ ਦੁਆਲੇ ਉਸਦੀਆਂ ਉਸਰੀਆਂ ਇਹਨਾਂ ਅਣਕਿਆਸੀਆਂ ਕੰਧਾਂ ਨੂੰ ਦਿਨ ਭਰ ਟੱਕਰਾਂ ਮਾਰਦਾ ਇੱਧਰ ਉੱਧਰ ਫਿਰਦਾ ਰਿਹਾ। ਆਪਣੇ ਹੱਥੀਂ ਪਾਲਿਸ਼ ਮਾਰ ਕੇ ਪੈਰੀਂ ਪਾਈ ਗੁਰਗਾਬੀ 'ਚੋਂ ਕੋਈ ਕਿੱਲ ਉੱਭਰ ਆਇਆ ਸੀ, ਜਿਹੜਾ ਮੁੜ ਮੇਰੇ ਪੈਰ ਦੀ ਅੱਡੀ 'ਚ ਚੁੱਭਦਾ ਮੈਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਸੀ। ਪਾਣੀ ਦੇ ਛਿੱਟੇ ਮਾਰ ਕੇ ਬੰਨੀ ਨਵੀਂ ਨਕੋਰ ਪੱਗ ਦੇ ਪੇਚ ਵੀ ਅੱਜ ਕੁਝ ਜ਼ਿਆਦਾ ਕੱਸ ਕੇ ਆ ਗਏ ਲੱਗਦੇ ਸਨ, ਜਿਸ ਕਰਕੇ ਮੇਰੇ ਦੋਵੇਂ ਕੰਨ ਦੁਖਣ ਲੱਗ ਗਏ ਸਨ ਤੇ ਮੈਂ ਕਈ ਵਾਰੀ ਪੱਗ ਨੂੰ ਦੋਹਾਂ ਹੱਥਾਂ 'ਚ ਫੜ ਕੇ ਇੱਧਰ ਉੱਧਰ ਘੁਮਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੁਖਦੇ ਕੰਨਾਂ ਨੂੰ ਰੱਤੀ ਭਰ ਵੀ ਰਾਹਤ ਨਹੀਂ ਸੀ ਆਈ। ਘਰੋਂ ਕਈ ਵਾਰੀ ਫੋਨ ਆ ਗਿਆ ਸੀ ਮੁੰਡੇ ਦਾ, ਦੱਸਦਾ ਸੀ ਨਾਨੀ ਆ ਗਈ ਹੈ, ਘਰ ਆਓ। ਉਹਦੇ ਮੂੰਹੋਂ ਨਾਨੀ ਦਾ ਨਾਮ ਸੁਣਦਿਆਂ ਆਪਣੇ ਆਪ ਨੂੰ ਜ਼ਮੀਨ 'ਚ ਧੱਸਦਾ ਮਹਿਸੂਸ ਕਰਦਾ। ਮੈਂ ਸੋਚਦਾ ਪਤਾ ਨਹੀਂ ਨਿਆਣੇ ਇੰਜ ਮੈਨੂੰ ਹਰ ਪਾਸਿਓਂ ਘੇਰ ਕੇ ਮੈਥੋਂ ਕਿਸ ਜਨਮ ਦਾ ਬਦਲਾ ਲੈ ਰਹੀ ਹੈ। ਘਰ ਆਈ ਉਹ ਬਜ਼ੁਰਗ ਔਰਤ, ਜਿਹਨੂੰ ਪਹਿਲੇ ਦਿਨ ਤੋਂ ਲੈ ਕੇ ਮਾਵਾਂ ਵਾਲਾ ਅਦਬ ਤੇ ਸਤਿਕਾਰ ਦਿੰਦਾ ਰਿਹਾ, ਸੁਣ ਕੇ ਮੇਰੇ ਬਾਰੇ ਕੀ ਸੋਚਦੀ ਹੋਏਗੀ, ਜਿਸ ਸਾਹਮਣੇ ਮੈਂ ਅੱਖ ਚੁੱਕ ਕੇ ਨਹੀਂ ਵੇਖਿਆ ਹੁਣ ਤੱਕ। ਦਿਨ ਦੀ ਮੱਠੀ ਲੋ ਅਜੇ ਕਾਇਮ ਸੀ, ਗਲੀ ਵਾਲੀਆਂ ਲਾਈਟਾਂ ਫੇਰ ਵੀ ਜਗ ਪਈਆਂ ਸਨ। ਜਦੋਂ ਦਿਨ ਭਰ ਦੀ ਉਧੇੜ ਬੁਣ ਤੋਂ ਬਾਅਦ ਆਪਣੀ ਘਰ ਦੀ ਦਹਿਲੀਜ਼ 'ਚ ਪਹੁੰਚ ਕੇ ਅੰਦਰ ਪੈਰ ਧਰਨ ਨੂੰ ਦਿਲ ਦੁਚਿੱਤੀ ਜਿਹੀ 'ਚ ਸੀ। ਘਰ 'ਚ ਜਾਣ ਨੂੰ ਵੱਡਿਆਂ ਰੂਹ ਨਹੀਂ ਸੀ ਕਰਦਾ ਮੇਰਾ, ਭਾਵੇਂ ਇੱਧਰ ਉੱਧਰ ਫਿਰਦੇ ਦੀਆਂ ਲੱਤਾਂ ਵੀ ਜਵਾਬ ਦੇ ਗਈਆਂ ਸਨ ਤੇ ਸਰੀਰ ਆਰਾਮ ਕਰਨ ਲਈ ਆਸਰਾ ਭਾਲ ਰਿਹਾ ਸੀ। ਮੈਂ ਅਣਮੰਨੇ ਜੇ ਮਨ ਨਾਲ ਹੌਲੀ ਪੈਰ ਪੁੱਟਦਿਆਂ ਗਾਂਹ ਹੋ ਕੇ ਅੰਦਰ ਵੱਲ ਝਾਤੀ ਮਾਰਦਾ। ਦੋਵੇਂ ਨਿਆਣੇ ਨਾਨੀ ਆਪਣੀ ਨਾਲ ਹੱਸ ਖੇਡ ਰਹੇ ਸਨ। ਮੈਂ ਅੱਗੇ ਵੱਧ ਕੇ ਦਲਜੀਤ ਦੀ ਮੰਮੀ ਦੇ ਗੋਡੇ ਹੱਥ ਲਾਉਣਾ ਹਾਂ। ਉਹ ਸਨੇਹ ਨਾਲ ਮੇਰੇ ਅੱਧ ਚੁੱਕੇ ਹੋਏ ਤੇ ਸਿਰ ਤੇ ਹੱਥ ਰੱਖਦੀ ਹੈ ਤੇ ਅਸੀਸ ਦਿੰਦੀ ਹੈ, ਸੁੱਖ ਸਾਂਦ ਪੁੱਛਦੀ ਹੈ। ਮੇਰਾ ਗੱਚ ਭਰ ਆਇਆ, ਮੈਥੋਂ ਕੁਝ ਵੀ ਬੋਲ ਨਹੀਂ ਹੁੰਦਾ। ਉਹ ਸੋਫੇ ਤੇ ਬੈਠੀ ਥੋੜਾ ਪਰੇ ਨੂੰ ਸਰਕ ਕੇ ਬੈਠਣ ਲਈ ਕਹਿੰਦੀ ਹੈ। ਮੈਂ ਲਾਗੇ ਬਹਿੰਦਿਆਂ ਧੌਣ ਹੇਠਾਂ ਨੂੰ ਸੁੱਟ ਲੈਣਾ। ਉਹਦੀ ਨਿਗਾਹ ਨਾਲ ਨਿਗਾਹ ਮਿਲਾਉਣ ਦੀ ਤੇ ਉਹਦੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਮੇਰੇ 'ਚ ਹਿੰਮਤ ਨਹੀਂ ਬਚੀ। ਉਹ ਵੀ ਚੁੱਪਚਾਪ ਮੇਰੀ ਇਸ ਹਾਲਤ ਵੱਲ ਵੇਂਦੀ ਰਹੀ ਸੀ। ਪਤਾ ਨਹੀਂ ਫਿਰ ਉਹਦੇ ਦਿਲ 'ਚ ਕੀ ਆਈ। ਉਹਨੇ ਸਿਮਰਨ ਹੱਥੋਂ ਪਾਣੀ ਵਾਲਾ ਗਲਾਸ ਆਪ ਫੜ ਕੇ ਮੇਰੇ ਹੱਥ ਫੜਾਉਂਦਿਆਂ ਕਿਹਾ, ਸ਼ਮਸ਼ੇਰ ਬੇਟਾ ਲੈ ਫੜ, ਵਾਗਰੂ ਆ ਕੇ ਪਾਣੀ ਪੀ 2 ਘੁੱਟ। ਦਿਨ ਭਰ ਦੀ ਨੱਠ ਭੱਜ ਤੋਂ ਬਾਅਦ ਤਰਕਾਲ ਸੰਧਿਆਂ ਵੇਲੇ ਇੰਜ ਮੂੰਹ ਲਮਕਾ ਕੇ ਨਹੀਂ ਬਈਦਾ। 2 ਵੇਲਿਆਂ ਦਾ ਇੱਕ ਵੇਲਾ ਏ। ਇਸ ਸਮੇਂ ਜਦੋਂ ਰਾਤ ਦਿਨ ਇੱਕ ਦੂਜੇ ਦੇ ਗਲ ਲੱਗ ਕੇ ਇੱਕਮਿਕ ਹੋ ਰਹੇ ਹੋਣ, ਇਸ ਸੁਮੇਲ ਵੇਲੇ 'ਚ ਪਰਮੇਸ਼ਰ ਦਾ ਸ਼ੁਕਰ ਮਨਾਈਦਾ ਤੇ ਹੱਸੀ ਖੇਡੀਦਾ ਟੱਬਰ ਦੇ ਜੀਆਂ 'ਚ ਬਹਿ ਕੇ। ਥੋੜਾ ਸਾਹ ਲੈ ਕੇ ਉਹ ਫੇਰ ਬੋਲੀ, ਸ਼ਮਸ਼ੇਰ ਸਿਆਂ, ਮੈਂ ਸਮਝਦੀ ਹਾਂ ਤੁਹਾਡੇ ਤਿੰਨਾਂ ਦੇ ਅੰਦਰਲੀ ਦੁਬਿਧਾ ਨੂੰ। ਤੇਰੇ ਆਉਣ ਤੋਂ ਪਹਿਲਾਂ ਮੈਂ ਇਹੋ ਸਮਝਾਇਆ ਇਹਨਾਂ ਨੂੰ ਵੀ। ਕੁਵੇਲੇ ਗਈ ਦਲਜੀਤ ਦਾ ਦੁੱਖ ਸਾਨੂੰ ਕਿਸੇ ਨੂੰ ਵੀ ਭੁੱਲਣ ਵਾਲਾ ਨਹੀਂ, ਪਰ ਪੁੱਤਰ ਸੰਭਲਣਾ ਤਾਂ ਪੈਣਾ ਹੈ। ਜਿਉਂਦੇ ਜੀ ਮਰ ਵੀ ਨਹੀਂ ਹੁੰਦਾ। ਜਿਵੇਂ ਬੱਚਿਆਂ ਨੂੰ ਮਾਂ ਦੇ ਨਿੱਘ ਦੀ ਲੋੜ ਹੁੰਦੀ ਹੈ ਤੇ ਆਦਮੀ ਨੂੰ ਔਰਤ ਦੇ ਸਾਥ ਦੀ, ਇੰਝ ਹੀ ਵਸਦੇ ਘਰ ਨੂੰ ਹਮੇਸ਼ਾ ਸੁਆਣੀ ਦੀ ਲੋੜ ਰਹਿੰਦੀ ਹੈ। ਫਿਰ ਉਹ ਕੋਲ ਖਲੋਤੇ ਸਿਮਰਨ ਤੇ ਜੁਗਰਾਜ ਵੱਲ ਦੇਖਦਿਆਂ ਬੋਲੀ, ਇਹ ਤਾਂ ਦੋਵੇਂ ਤਲਖੀ 'ਚ ਆਏ ਕਈ ਵਾਰੀ ਫੋਨ ਤੇ ਉਲ ਜਲੂਲ ਦੱਸਦੇ ਰਹੇ ਹੈ। ਚੱਲ ਉਹ ਜਾਣੇ, ਇਹ ਤਾਂ ਅਜੇ ਨਵਾਂ ਲਹੂ ਹੈ, ਝੱਟ ਗਰਮ ਹੋ ਜਾਂਦਾ ਤੇ ਫਿਰ ਠੰਡਾ ਵੀ। ਅਸੀਂ ਉਮਰ ਖਾਧੀ ਹੈ। ਮੈਨੂੰ ਪਤਾ ਹੈ ਤੂੰ ਜੋ ਵੀ ਸੋਚਿਆ ਬਹੁਤ ਸੋਚ ਸਮਝ ਨਾਲ ਸੋਚਿਆ ਹੋਏਗਾ। ਮੇਰੇ ਜੇਬ ਅੰਦਰਲੇ ਫੋਨ ਦੀ ਬੈਲ ਵੱਜਦੀ ਹੈ। ਮੈਂ ਸਹਿਜ ਨਾਲ ਜੇਬ ਅੰਦਰੋਂ ਫੋਨ ਬਾਹਰ ਕੱਢਦਾ। ਸਕਰੀਨ ਤੇ ਜਗਦੇ ਗੁਰਮੀਤ ਦੇ ਨੰਬਰ ਵੱਲ ਵੇਖ ਮੇਰੀਆਂ ਅੱਖਾਂ 'ਚ ਲਿਸ਼ਕ ਉਤਰ ਜਾਂਦੀ ਹੈ। ਮੈਂ ਉੱਪਰ ਵੇਖਦਾ, ਦੋਵੇਂ ਨਿਆਣਿਆਂ ਦੇ ਚਿਹਰਿਆਂ ਤੇ ਗੁੱਝੀ ਜੀ ਮੁਸਕਾਨ ਖਿੰਡਰੀ ਹੋਈ ਹੈ ਤੇ ਦਲਜੀਤ ਦੀ ਮੰਮੀ ਦੇ ਚਿਹਰੇ ਤੇ ਰਿਸ਼ੀਆਂ ਵਰਗੀ ਸ਼ਾਂਤੀ। ਪਤਾ ਨਹੀਂ ਖੁਸ਼ੀ ਏ ਜਾਂ ਕੁਝ ਹੋਰ। ਮੇਰੀਆਂ ਅੱਖਾਂ ਆਪ ਮੁਹਾਰੇ ਸਿੱਲੀਆਂ ਹੁੰਦੀਆਂ ਜਾ ਰਹੀਆਂ ਹਨ। ਮੈਨੂੰ ਲੱਗਦਾ ਹੈ ਜਿਉਂ ਖੌਲ ਦੇ ਸਾਗਰ ਬਹਿ ਗਏ ਹੋਣ ਤੇ ਸਭ ਕੁਝ ਆਮ ਵਾਂਗ ਹੋਣ ਜਾ ਰਿਹਾ ਹੋਵੇ। ਧੰਨਵਾਦ।